ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਮਨਪ੍ਰੀਤ ਰੰਧਾਵਾ। ਮਨਪ੍ਰੀਤ ਜੀ ਵੈਲਕਮ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ। ਮਨਪ੍ਰੀਤ ਜੀ, ਪੰਜਾਬ ਦੇ ਵਿੱਚ ਸਿਆਸੀ ਸਮੀਕਰਨ ਪਲ ਪਲ ਬਦਲ ਰਹੇ ਆ। ਹੁਣ ਕਹਿਣ ਨੂੰ ਤਾਂ ਅਟਪਟਾ ਲੱਗੂਗਾ, ਸੁਣਨ ਦੇ ਵਿੱਚ ਵੀ ਬੇਢੱਬਾ ਜਿਹਾ ਲੱਗੂਗਾ, ਪਰ ਗੱਲ ਸੱਚੀ ਜੇ ਕਿ ਕੱਲ ਸ਼ਾਮ ਦੇ ਘਟਨਾਕ੍ਰਮ ਸਿਰਸੇ ਦਾ ਬੀਜੇਪੀ 'ਚ ਸ਼ਾਮਲ ਹੋਣਾ, ਉਹਦੇ ਤੋਂ ਬਾਅਦ ਮੈਂ ਪੈੜ ਨੱਪਦਿਆਂ ਦਿੱਲੀ ਦੇ ਗਲਿਆਰਿਆਂ ਦੇ ਵਿੱਚ ਵਿਚਰਦਾ ਰਿਹਾ ਤੇ ਜਿਹੜੀਆਂ ਗੱਲਾਂ ਮੈਂ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਸਿਰਸੇ ਤੋਂ ਬਾਅਦ ਅਗਲੀ ਵਾਰੀ ਕਿਹਦੀ, ਸਿਰਸਾ ਕਿੰਨਾ ਤੇ ਭਾਰੂ ਪਏਗਾ, ਜਾਂ ਬੀਜੇਪੀ ਇਸ ਤੋਂ ਬਾਅਦ ਕਿਹੜੀਆਂ ਵੱਡੀਆਂ ਤੋਪਾਂ, ਕਿਹੜੇ ਦੂਜੇ ਦਲਾਂ ਦੇ ਕਿਹੜੇ ਲੋਕਾਂ ਨੂੰ ਸ਼ਾਮਲ ਕਰਨ ਵੱਲ ਵੱਧ ਰਹੀ ਆ, ਤਾਂ ਮੈਂ ਅਕਾਲੀ ਗਲਿਆਰਿਆਂ ਦੀ ਸੁੱਗ ਲੈਂਦਾ ਮੈਂ ਪਹੁੰਚਿਆ ਉੱਥੇ ਜਿੱਥੇ ਤੁਸੀਂ ਵੀ ਯਕੀਨ ਨਹੀਂ ਕਰਨਾ। ਹੁਣ ਇਸ ਗੱਲ ਨਾਲ ਕੋਈ ਸਰੋਕਾਰ ਨਹੀਂ ਕਿ ਇਹਦੇ ਵਿੱਚ ਟਾਰਗੇਟ ਨੂੰ ਕਿੰਨਾ ਪਤਾ, ਮਤਲਬ ਅਗਲਾ ਨਿਸ਼ਾਨਾ ਕੇਜਰੀਵਾਲ ਬੀਜੇਪੀ ਦਾ ਪੰਜਾਬ ਦੇ ਵਿੱਚ ਭਗਵੰਤ ਮਾਨ ਤੇ ਨਜ਼ਰ ਆ ਬੀਜੇਪੀ ਦੇ ਵੱਡੇ ਆਗੂਆਂ ਦੀ। ਪਾਰਲੀਮੈਂਟ ਦੇ ਵਿੱਚ ਸਭ ਤੋਂ ਸਟੀਕ ਬੋਲਣ ਵਾਲਾ ਇੱਕੋ ਇੱਕ ਮੈਂਬਰ ਪਾਰਲੀਮੈਂਟ, ਲੋਕ ਸਭਾ 'ਚ ਇਕਲੌਤਾ MP ਕੇਜਰੀਵਾਲ ਦਾ। ਕਿਸੇ ਵੇਲੇ ਵੀ ਅੱਗੇ ਗੱਲ ਵਧਾਈ ਜਾ ਸਕਦੀ ਆ। ਭਗਵੰਤ ਮਾਨ ਕੋਲ ਪੰਜਾਬ ਪ੍ਰਧਾਨ ਦੇ ਅਹੁਦੇ ਤੋਂ ਵੱਡਾ ਕਿਸੇ ਕੋਲ ਦੇਣ ਲਈ ਕੁਝ ਨਹੀਂ ਸੀ, ਲੇਕਿਨ ਬੀਜੇਪੀ ਪੰਜਾਬ ਦੇ ਖਾਤੇ ਵਿੱਚੋਂ ਹਰਸਿਮਰਤ ਵਾਲੀ ਹੋਈ ਖਾਲੀ ਸੀਟ ਤੇ ਜੇ ਭਗਵੰਤ ਮਾਨ ਚਾਹਵੇ ਜਾਂ ਗੱਲ ਅੱਗੇ ਵੱਧ ਗਈ ਤਾਂ ਤੁਸੀਂ ਉਹਨਾਂ ਨੂੰ ਬੈਠਿਆਂ ਵੇਖ ਸਕਦੇ ਹੋ। ਕੈਬਨਿਟ ਦੇ ਵਿੱਚ, ਕੇਂਦਰੀ ਕੈਬਨਿਟ ਦੇ ਵਿੱਚ ਭਗਵੰਤ ਮਾਨ ਨੂੰ ਸਥਾਨ ਦੇਣ ਦੀਆਂ ਗੱਲਾਂ ਬੀਜੇਪੀ ਦੀ ਸਿਖਰਲੀ ਲੀਡਰਸ਼ਿਪ 'ਚ ਚੱਲ ਰਹੀਆਂ ਨੇ। ਇਹਦੇ ਬਾਰੇ ਭਗਵੰਤ ਮਾਨ ਨੂੰ ਕਿੰਨਾ ਪਤਾ, ਕਿੰਨੀ ਗੱਲਬਾਤ ਹੋਈ, ਕਦੇ ਪਾਰਲੀਮੈਂਟ ਦੀ ਅਨੈਕਸੀ ਦੇ ਵਿੱਚ ਕਿਹੜੇ ਲੀਡਰਾਂ ਨੇ ਭਗਵੰਤ ਮਾਨ ਨਾਲ ਜੱਫੀ ਪਾਈ ਮੈਨੂੰ ਨਹੀਂ ਪਤਾ, ਕਿੱਥੇ ਚਾਹ ਪੀਤੀ ਗਈ ਮੈਨੂੰ ਨਹੀਂ ਪਤਾ, ਪਰ ਇਹ ਸੁੱਗ ਲੈਂਦਿਆਂ ਇਹ ਅੱਗੇ ਵੱਧਦਿਆਂ ਕਿ ਬੀਜੇਪੀ ਦਾ ਪੰਜਾਬ ਵਿੱਚ ਅਗਲਾ ਨਿਸ਼ਾਨਾ ਕੌਣ ਹੋਊਗਾ। ਮੈਂ ਇਸ ਸੂਹ ਲੈਣ ਤੱਕ ਪਹੁੰਚਿਆ ਕਿ ਅਗਲੇ ਐਫਰਟਸ ਲਾ ਰਹੇ ਆ ਕੇਜਰੀਵਾਲ ਨੂੰ ਜ਼ੋਰ ਦਾ ਝਟਕਾ ਹੌਲੀ ਜਿਹੀ ਦੇਣ ਲਈ। ਜੇ ਭਗਵੰਤ ਮਾਨ ਨੂੰ ਕੇਂਦਰੀ ਕੈਬਨਿਟ 'ਚ ਤੁਸੀਂ ਅਗਲੇ ਦਿਨਾਂ 'ਚ ਸ਼ਾਮਲ ਹੁੰਦਾ ਵੇਖੋਗੇ ਤਾਂ ਇਹ ਕੋਈ ਅੱਤ ਕਥਨੀ ਨਹੀਂ। ਬੜੀ ਅਹਿਮ ਸਵਾਲ ਆ ਕਿ ਬੀਜੇਪੀ ਕਾਂਗਰਸ ਨਾਲ ਪੰਜਾਬ ਵਿੱਚ ਸਿੱਧੀ ਲੜਾਈ ਦੇ ਮੂਡ 'ਚ ਆ ਤੇ ਉਹ ਉਹਨਾਂ ਲੋਕਾਂ ਦੀ ਸਪੇਸ ਖਾਣ ਦੀ ਕੋਸ਼ਿਸ਼ ਕਰ ਰਹੇ ਆ ਜਿਵੇਂ ਉਹ ਖੇਤਰੀ ਪਾਰਟੀਆਂ ਜਾਂ ਲੋਕਲ ਪੱਧਰ ਤੇ ਕਰਦੇ ਹੁੰਦੇ ਆ। ਜਿਨ੍ਹਾਂ ਪਾਰਟੀਆਂ ਨਾਲ ਬੀਜੇਪੀ ਦੀ ਸਾਂਝ ਰਹੀ ਆ ਉਹ ਬਾਅਦ ਦੇ ਵਿੱਚ ਤੁਸੀਂ ਉਹਨਾਂ ਨੂੰ ਡੂੰਘੇ ਪਾਣੀਆਂ 'ਚ ਵੇਖਿਆ ਹੀ ਆ। ਸ਼ਿਵ ਸੈਨਾ ਭਾਵੇਂ ਆਪਣੇ ਤਰੀਕੇ ਨਾਲ ਬਚਣ 'ਚ ਕਾਮਯਾਬ ਰਹੀ ਆ, ਔਰ ਲੇਕਿਨ ਸਵਾਲ ਬਹੁਤ ਵੱਡੇ ਆ। ਮੈਂ ਜ਼ਰੂਰ ਤੁਹਾਡੇ ਨਾਲ ਇਹ ਜ਼ਿਕਰ ਕਰੂੰਗਾ ਅਗਲੀ ਖਬਰ ਦਾ ਕਿ ਰਾਹੁਲ ਗਾਂਧੀ ਐਫਰਟਸ ਲਾ ਕੇ ਵੀ, ਯਤਨ ਕਰਕੇ ਵੀ ਸੁਨੀਲ ਜਾਖੜ ਨੂੰ ਉਸ ਪੇਜ ਤੇ ਨਹੀਂ ਲਿਆ ਸਕੇ ਜਿਹੜੇ ਪੇਜ ਤੇ ਪਹਿਲਾਂ ਹੀ ਚੰਨੀ ਤੇ ਸਿੱਧੂ ਹੈ ਨਹੀਂ ਗੇ। ਹੁਣ ਮੈਂ ਇਹ ਗੱਲ ਨੂੰ ਕਿਵੇਂ ਸਮਝਾਵਾਂ, ਛੱਡ ਦਿੰਨੇ ਆ, ਲੇਕਿਨ ਇਹਦੇ ਤੇ ਤੁਹਾਡੀ ਟਿੱਪਣੀ ਲੈਣੀ ਆ। ਕੁਝ ਖਬਰਾਂ ਤੁਹਾਡੇ ਕੋਲ ਅੰਦਰ ਦੀਆਂ ਉਹਨਾਂ ਤੇ ਜਾਂਦੇ ਆ, ਲੇਕਿਨ ਅਹਿਮ ਸਵਾਲ ਆ ਕਿ ਕੈਪਟਨ ਅਮਰਿੰਦਰ ਸਿੰਘ ਸਿਰਸੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੱਡਾ ਔਰ ਅਮਿਤ ਸ਼ਾਹ ਨਾਲ ਮੀਟਿੰਗ ਕਰ ਰਹੇ ਆ। ਸੁਖਦੇਵ ਸਿੰਘ ਢੀਂਡਸਾ ਆਪਣੀ ਦਿੱਲੀ ਵਾਲੀ ਰਿਹਾਇਸ਼ ਦੇ ਉੱਤੇ ਮੌਜੂਦ ਨੇ। ਉਹਨਾਂ ਦਾ ਅੱਜ ਕਿਸੇ ਸਮੇਂ ਵੀ ਪ੍ਰਧਾਨ ਮੰਤਰੀ ਜਾਂ ਅਮਿਤ ਸ਼ਾਹ ਨੂੰ ਮਿਲਦਿਆਂ ਦੀ ਫੋਟੋ ਧੰਨਵਾਦ ਕਰਦਿਆਂ ਕਿਸਾਨੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਦੇਖੀ ਜਾ ਸਕਦੀ ਆ। ਬਹਾਨਾ ਤਾਂ ਧੰਨਵਾਦ ਦਾ ਹੈ, ਅੰਦਰ ਤਾਂ ਹੋਰ ਬਹੁਤ ਕੁਝ ਚੱਲ ਰਿਹਾ। ਪੰਜਾਬ ਦੀ ਰਾਜਨੀਤੀ ਨੂੰ ਦਿਸ਼ਾ ਦੇਣ ਦੀ ਕੋਸ਼ਿਸ਼ ਹੋ ਰਹੀ ਆ, ਖਬਰਾਂ ਹੋਰ ਬਹੁਤ ਆ। ਪਲ ਦੀ ਪਲ ਸਾਰਿਆਂ ਨੂੰ ਛੱਡ ਕੇ ਜੇ ਮੈਂ ਵਾਪਸ ਮਨਪ੍ਰੀਤ ਆਊਂ ਤੁਹਾਡੇ ਕੋਲ, ਤੁਸੀਂ ਸਾਰਿਆਂ ਨੂੰ ਕਵਰ ਕਰਦੇ ਰਹੇ ਹੋ, ਤੁਸੀਂ ਆਮ ਆਦਮੀ ਪਾਰਟੀ ਦੀ ਅੰਦਰਲੀ ਰਾਜਨੀਤੀ ਨਾਲ ਵਾਬਸਤਾ ਰਹੇ ਹੋ, ਜੁੜੇ ਰਹੇ ਹੋ। ਮੈਨੂੰ ਇਹ ਦੱਸੋ ਕਿ ਭਗਵੰਤ ਮਾਨ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਚਿਹਰਾ ਨਹੀਂ ਬਣਾ ਰਹੀ, ਜੇ ਬੀਜੇਪੀ ਸੰਜੀਦਾ ਪੱਧਰ ਦੇ ਉੱਤੇ ਸੀਰੀਅਸ ਨੋਟ ਤੇ ਗੱਲਬਾਤ ਅੱਗੇ ਵਧਾ ਲੈਂਦੀ ਆ, ਭਗਵੰਤ ਮਾਨ ਕੇਂਦਰੀ ਕੈਬਨਿਟ ਦੇ ਵਿੱਚ ਉਹਨਾਂ ਨੂੰ ਪ੍ਰਪੋਜ਼ਲ ਦਿੱਤੀ ਜਾ ਸਕਦੀ ਆ, ਪ੍ਰਸਤਾਵਿਤ ਹੋ ਸਕਦੇ ਆ, ਤਾਂ ਕੀ ਭਗਵੰਤ ਮਾਨ ਮੰਨਣਗੇ? ਪੰਜਾਬ ਦੇ ਵਿੱਚ ਇਹ ਦੂਜਾ ਵੱਡਾ ਝਟਕਾ ਹੋਣ ਦੀ ਸੰਭਾਵਨਾ ਹੋ ਸਕਦੀ ਆ, ਔਰ ਇਹਨੂੰ ਕਿੰਨਾ ਸਮਾਂ ਲੱਗ ਸਕਦਾ? ਕੀ ਭਗਵੰਤ ਮਾਨ ਐਸੀ ਕਿਸੇ ਦਿਸ਼ਾ ਨੂੰ ਵਧਣ ਲਈ ਮਾਨਸਿਕ ਤੌਰ ਤੇ ਤਿਆਰ ਨੇ, ਕਿਉਂਕਿ ਤੁਹਾਡਾ ਉਹਨਾਂ ਨਾਲ ਨਾਤਾ ਨੇੜੇ ਦਾ ਰਿਹਾ? ਕੀ ਕਹਿੰਦੇ ਹੋ ਰੰਧਾਵਾ ਜੀ? ਤੁਹਾਡੀ ਗੱਲ ਬਿਲਕੁਲ ਠੀਕ ਹੈ। ਦੇਖੋ, ਜਦੋਂ ਤੋਂ ਭਾਜਪਾ ਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ, ਉਸ ਤੋਂ ਬਾਅਦ ਪਾਰਲੀਮੈਂਟ 'ਚ ਲਿਆ ਕੇ ਖਾਰਜ ਕੀਤੇ, ਉਸ ਤੋਂ ਬਾਅਦ ਲੱਗ ਰਿਹਾ ਸੀ ਕਿ ਭਾਜਪਾ ਜਾਂ ਕੇਂਦਰ ਦੀ ਸਰਕਾਰ ਇੱਕ ਤੀਰ ਨਾਲ ਕਈ ਨਿਸ਼ਾਨੇ ਕਰੇਗੀ। ਦੇਖੋ, ਐਵੇਂ ਨਹੀਂ ਖੇਤੀ ਕਾਨੂੰਨ ਵਾਪਸ ਲੈ ਲਏ। ਯੂਪੀ ਦੀਆਂ ਇਲੈਕਸ਼ਨਾਂ ਹੋ ਸਕਦੀਆਂ, ਪੰਜਾਬ ਦੀਆਂ ਇਲੈਕਸ਼ਨਾਂ, ਉਹ ਕਹਿੰਦੇ ਕੋਈ ਇਹੋ ਜਿਹੀ ਇਲੈਕਸ਼ਨ ਨਾ ਛੱਡੋ ਜਿੱਥੇ ਅਸੀਂ ਇਸ ਚੀਜ਼ ਦਾ ਫਾਇਦਾ ਨਾ ਲੈ ਸਕੀਏ। ਹੁਣ ਉਹਨੇ ਆਪਾਂ ਭਗਵੰਤ ਮਾਨ ਹੋਣਾ ਤੇ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ ਦੌਰਾਨ ਲਗਾਤਾਰ ਅਰਵਿੰਦ ਕੇਜਰੀਵਾਲ ਤੇ ਨਾਲ ਦੀ ਨਾਲ ਉਹਨਾਂ ਦੇ ਜਿਹੜੇ ਲੋਕਲ ਲੀਡਰ ਆ, ਖਾਸ ਕਰਕੇ ਇੱਥੇ ਆਪੋਜੀਸ਼ਨ ਦੇ ਲੀਡਰ ਜਿਹੜੇ ਹਰਪਾਲ ਸਿੰਘ ਚੀਮਾ, ਉਹ ਲਗਾਤਾਰ ਘਿਰਦੇ ਰਹੇ ਨੇ
ਕਿ ਤੁਸੀਂ ਸਾਨੂੰ ਮੁੱਖ ਮੰਤਰੀ ਦਾ ਚਿਹਰਾ ਦੱਸੋ। ਔਰ ਇਸ ਗੱਲ ਦੀਆਂ ਜਿਹੜੀਆਂ ਜ਼ਿਕਰ ਆ, ਇਸ ਗੱਲ ਦੀਆਂ ਕਨਸੂਆਂ ਲੈ ਲਓ, ਇਸ ਗੱਲ ਦੀਆਂ ਚਰਚਾਵਾਂ ਲੈ ਲਓ, ਲਗਾਤਾਰ ਉਹਨਾਂ ਹਲਕਿਆਂ ਦੇ ਵਿੱਚ ਜਾਰੀ ਹੈ ਕਿ ਭਗਵੰਤ ਮਾਨ ਕਿਤੇ ਨਾ ਕਿਤੇ ਅਰਵਿੰਦ ਕੇਜਰੀਵਾਲ ਹੋਣਾ ਨਾਲ ਗੁੱਸੇ ਆ। ਤੁਹਾਨੂੰ ਪਤਾ ਹੀ ਹੋਣਾ, ਯਾਦ ਹੋਣਾ, ਜਦੋਂ ਭਗਵੰਤ ਮਾਨ ਹੋਣਾ ਦੇ ਹੱਕ 'ਚ ਨਾਅਰੇ ਲੱਗੇ ਸੀ ਤੇ ਕਿਵੇਂ ਉਹ ਅਗਲੇ ਦਿਨ ਅੰਮ੍ਰਿਤਸਰ ਦੇ ਵਿੱਚ ਜਦੋਂ ਟ੍ਰੇਡਰਸ ਦੀ ਮੀਟਿੰਗ ਹੋ ਰਹੀ ਸੀ ਉੱਥੇ ਪਹੁੰਚੇ ਨਹੀਂ ਸੀ, ਤੇ ਨਾਲ ਦੀ ਨਾਲ ਉਹ ਅੰਮ੍ਰਿਤਸਰ 에ਅਰਪੋਰਟ ਤੇ ਛੱਡਣ ਵੀ ਨਹੀਂ ਸੀ ਗਏ ਅਰਵਿੰਦ ਕੇਜਰੀਵਾਲ ਹੋਣਾ ਨੂੰ। ਇਹ ਸਾਰੀਆਂ ਗੱਲਾਂ ਬਾਹਰ ਆਈਆਂ। ਇਸ ਮੱਦੇਨਜ਼ਰ, ਇਸ ਮਾਹੌਲ ਦੇ ਮੱਦੇਨਜ਼ਰ, ਜਿਸ ਤਰ੍ਹਾਂ ਦੀ ਤਵੱਜੋ ਭਗਵੰਤ ਮਾਨ ਹੋਣਾ ਨੂੰ ਲੱਗਦਾ ਕਿ ਉਹਨਾਂ ਨੂੰ ਮਿਲਣੀ ਚਾਹੀਦੀ ਆ, ਕਿਉਂਕਿ ਉਹਨਾਂ ਨੇ ਲਗਾਤਾਰ ਆਮ ਆਦਮੀ ਪਾਰਟੀ ਦਾ ਸੰਨ 2014 ਤੋਂ ਝੰਡਾ ਚੁੱਕ ਕੇ ਬਰਕਰਾਰ ਰੱਖਿਆ, ਉਸ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ, ਤੇ ਫਿਰ ਉਹਨਾਂ ਨੂੰ ਲੱਗਦਾ ਕਿ ਜੇ ਅੱਜ ਮੈਂ ਮੁੱਖ ਮੰਤਰੀ ਦਾ ਚਿਹਰਾ ਨਹੀਂ ਹੈ ਤੇ ਫਿਰ ਹੋਰ ਕਿਹੜਾ ਚਿਹਰਾ ਲੈ ਕੇ ਆਉਣਗੇ। ਕੀ ਗੱਲ ਮੈਂ ਉਸ ਦੀ ਯੋਗਤਾ ਨਹੀਂ ਰੱਖਦਾ? ਇਹ ਸਾਰੀਆਂ ਗੱਲਾਂ ਜਦੋਂ ਆਉਂਦੀਆਂ ਨੇ ਤੇ ਫਿਰ ਜਿਹੜੀਆਂ ਦੂਜੀ ਵਿਰੋਧੀ ਪਾਰਟੀਆਂ ਉਹ ਧਿਆਨ ਲਾ ਕੇ, ਝਾਤ ਲਾ ਕੇ ਤੇ ਇੱਕ ਤਰ੍ਹਾਂ ਦਾ ਐਂਬੁਸ਼ ਕਰਨ ਲੱਗੇ, ਜਿਵੇਂ ਅੰਗਰੇਜ਼ੀ 'ਚ ਕਹਿੰਦੇ ਆ, ਉਹ ਬੈਠੀਆਂ। ਬਿਲਕੁਲ ਤੁਹਾਡੀ ਗੱਲ ਠੀਕ ਆ। ਭਾਰਤੀ ਜਨਤਾ ਪਾਰਟੀ ਇਸ ਟਾਈਮ ਹਰ ਉਹ ਹੀਲਾ ਵਸੀਲਾ ਅਪਣਾਏਗੀ ਜਿਸ ਨਾਲ ਉਹਨੂੰ ਕਿਸੇ ਤਰ੍ਹਾਂ ਦੀ ਤਾਕਤ ਮਿਲੇ। ਉਹਨਾਂ ਨੂੰ ਪਤਾ ਕਿ ਉਹਨਾਂ ਦੀ ਤਾਕਤ ਕਿਸਾਨੀ ਅੰਦੋਲਨ ਦੇ ਦੌਰਾਨ ਬਿਲਕੁਲ ਥੱਲੇ ਚਲੀ ਗਈ ਸੀ, ਬਿਲਕੁਲ ਥੱਲੇ ਧਰਾਤਲ ਤੇ ਆ ਗਈ ਸੀ। ਉਸ ਨੂੰ ਉਹਨਾਂ ਨੇ ਚੱਕਣਾ ਤੇ ਇਸ ਚੀਜ਼ ਦਾ ਫਾਇਦਾ ਲੈਣਾ। ਲੇਕਿਨ ਉਹਦੇ ਲਈ ਇਸ ਤਰ੍ਹਾਂ ਦੇ ਵਿਅਕਤੀ ਨੂੰ ਲੈ ਕੇ ਆਉਣਾ, ਉਹਨਾਂ ਨੂੰ ਮਾਲਵੇ ਦੇ ਵਿੱਚ ਜੇ ਆਉਂਦੇ ਨਾ, ਤੇ ਮੈਂ ਤੁਹਾਨੂੰ ਇੱਕ ਹੋਰ ਵੀ ਗੱਲ ਦੱਸਦਾ, ਸ਼੍ਰੋਮਣੀ ਅਕਾਲੀ ਦਲ ਦੀਆਂ ਵੀ ਕਈ ਪੱਧਰ ਤੋਂ ਕੋਸ਼ਿਸ਼ਾਂ ਰਹੀਆਂ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਭਗਵੰਤ ਮਾਨ ਨੂੰ ਨੇੜੇ ਲਿਆਂਦਾ ਜਾਵੇ, ਉਹਨਾਂ ਨਾਲ ਗੱਲਬਾਤ ਕੀਤੀ ਜਾਵੇ। ਕਿੰਨੀ ਕੁ ਕਾਮਯਾਬ ਹੋਈ ਹੈ, ਨਹੀਂ ਕਾਮਯਾਬ ਹੋਈ ਹੈ, ਇਸ ਬਾਰੇ ਮੈਂ ਨਹੀਂ ਕਹਿ ਸਕਦਾ, ਲੇਕਿਨ ਕੋਸ਼ਿਸ਼ਾਂ ਜਾਰੀ ਨੇ। ਜੋ ਤੁਹਾਡੀ ਜਿਹੜੀ ਗੱਲ ਆ ਉਹਦੇ ਵਿੱਚ ਵੀ ਮੈਂ ਇਹਨੂੰ ਬਿਲਕੁਲ ਇਸ ਦੀ ਪ੍ਰੌੜਤਾ ਕਰੂੰਗਾ ਕਿ ਇਹ ਸਾਰੇ ਪਾਸਿਓਂ, ਔਰ ਭਗਵੰਤ ਮਾਨ ਨੂੰ ਵੀ ਪਤਾ ਕਿ ਜੇ ਮੈਂ ਇਸੇ ਪਾਰਟੀ ਨਾਲ ਜੁੜਿਆ ਰਿਹਾ ਤੇ ਜੇ ਇਹਨਾਂ ਨੇ ਮੈਨੂੰ ਇਸ ਯੋਗ ਹੀ ਨਹੀਂ ਸਮਝਿਆ ਕਿ ਮੈਂ ਪੰਜਾਬ ਦਾ ਚਿਹਰਾ ਹੋ ਸਕਦਾ, ਤੇ ਫਿਰ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਮਾਯੂਸੀ ਹੈ। ਤੇ ਜਿਹੜੇ ਉਹਨਾਂ ਦੇ ਨਾਲ ਰਹਿੰਦੇ ਨੇ ਉਹਨਾਂ ਨੂੰ ਵੀ ਪਤਾ। ਤੁਸੀਂ ਦੇਖੋ, ਰੁਪਿੰਦਰ ਕੌਰ ਰੂਬੀ ਇਹਨਾਂ ਦੀ ਆਪਣੀ ਐਮਐਲਏ ਕਹਿੰਦੀ ਜਿਹੜੀ ਉਹ ਕਾਂਗਰਸ ਚਲੀ ਗਈ ਕਿ ਤੁਸੀਂ ਭਗਵੰਤ ਮਾਨ ਨੂੰ ਚਿਹਰਾ ਕਿਉਂ ਨਹੀਂ ਡਿਕਲੇਅਰ ਕਰਦੇ? ਕੀ ਤਕਲੀਫ ਹੈ? ਇਹਨਾਂ ਦੇ ਕਿੰਨੇ ਵਲੰਟੀਅਰਸ, ਹਜ਼ਾਰਾਂ ਵਲੰਟੀਅਰਸ ਨੇ ਕਿਹਾ ਕਿ ਜੇ ਤੁਹਾਡੇ ਕੋਲ ਕੋਈ ਬਾਹਰਲਾ ਵਿਅਕਤੀ ਨਹੀਂ ਆਉਂਦਾ, ਮੰਨ ਲਓ ਤੁਸੀਂ ਜੇ ਨਵਜੋਤ ਸਿੰਘ ਸਿੱਧੂ ਨੂੰ ਨਹੀਂ ਲੈ ਕੇ ਆ ਸਕਦੇ ਜਾਂ ਕਿਸੇ ਹੋਰ ਨੂੰ ਨਹੀਂ ਲੈ ਕੇ ਆ ਸਕਦੇ, ਕਿਸੇ ਟਾਈਮ ਬਲਵੀਰ ਸਿੰਘ ਰਾਜੇਵਾਲ ਉਹਨਾਂ ਦੀ ਗੱਲ ਚੱਲੀ ਸੀ, ਤੇ ਫਿਰ ਜਿਹੜਾ ਤੁਹਾਡੇ ਨਾਲ ਜੁੜਿਆ ਰਿਹਾ, ਜਿਹਨੇ ਆਪਣੀ ਪੂਰੀ ਲਾਇਲਟੀ ਦਿਖਾਈ ਆ ਤੁਹਾਡੇ ਨਾਲ ਹਮੇਸ਼ਾ ਤੋਂ, ਤੇ ਫਿਰ ਉਹਨੂੰ ਤੁਸੀਂ ਕਿਉਂ ਦਰਕਿਨਾਰ ਕਰਦੇ ਹੋ? ਸੋ ਇਹ ਗੱਲਾਂ ਦੇ ਵਿੱਚ ਵਜ਼ਨ ਆ, ਲੇਕਿਨ ਇਹ ਗੱਲਾਂ ਪੂਰੀਆਂ ਹੁੰਦੀਆਂ ਨਹੀਂ ਹੁੰਦੀਆਂ ਇਹ ਆਉਣ ਵਾਲਾ ਸਮਾਂ ਦੱਸੂਗਾ। ਕੀ ਭਗਵੰਤ ਮਾਨ ਚਾਹੁੰਦੇ ਨੇ ਇਹ ਤਾਂ ਉਹਨਾਂ ਦੇ ਦਿਲ ਨੂੰ ਹੀ ਪਤਾ, ਲੇਕਿਨ ਇਹ ਸਾਰੀਆਂ ਕੋਸ਼ਿਸ਼ਾਂ ਨੂੰ ਆਪਾਂ ਦਰਕਿਨਾਰ ਨਹੀਂ ਕਰ ਸਕਦੇ। ਜੀ ਰੰਧਾਵਾ ਜੀ। ਮਨਪ੍ਰੀਤ ਜੀ, ਪਲ ਪਲ 'ਚ ਸਿਆਸੀ ਸਮੀਕਰਨ ਬਦਲਦੇ, ਮੈਂ ਪਹਿਲਾਂ ਕਹਿਤਾ, ਲੇਕਿਨ ਦੂਜਾ ਪਹਿਲੂ ਇਹ ਆ ਕਿ ਸਿਆਸਤ ਵਿੱਚ ਸ਼ਾਮਲ ਹਰ ਬਸ਼ਰ ਖਾਸ਼ੀ ਹੁੰਦਾ ਹੈ ਤੇ ਕਿਸੇ ਵੀ ਪ੍ਰੋਫੈਸ਼ਨ 'ਚ ਸ਼ਾਮਲ ਕਿਸੇ ਵੀ ਵਿਅਕਤੀ ਦਾ ਉਸ ਖੇਤਰ 'ਚ ਅੱਗੇ ਵਧਣ ਦਾ ਸੁਪਨਾ ਰਹਿੰਦਾ ਹੀ ਆ, ਰਹਿਣਾ ਵੀ ਚਾਹੀਦਾ। ਜ਼ਿੰਦਗੀ ਇਸੇ ਤੇ ਤੁਰਦੀ ਆ। ਭਗਵੰਤ ਮਾਨ ਨੂੰ ਜੇਕਰ ਆਮ ਆਦਮੀ ਪਾਰਟੀ ਅੱਗੇ ਨਹੀਂ ਵਧਾ ਰਹੀ ਤਾਂ ਕੁਦਰਤੀ ਆ ਉਸ ਬੰਦੇ ਦੇ ਮਨ 'ਚ ਵੀ ਇਹ ਗੱਲ ਹੋਊਗੀ ਕਿ ਜੇ ਤੀਜੀ ਵਾਰੀ ਪਾਰਲੀਮੈਂਟ 'ਚ ਜਾਣਾ ਹੈ, ਇਸ ਗੱਲ ਦੀ ਕੋਈ ਗਰੰਟੀ ਤਾਂ ਲੈ ਨਹੀਂ ਸਕਦਾ। ਲੋਕਾਂ ਦੀ ਚੋਣ ਆ, 2 ਵਾਰੀ ਜਿੱਤਿਆ, ਤੀਜੀ ਵਾਰੀ ਪਤਾ ਨਹੀਂ ਜਿੱਤਣਾ ਕਿ ਨਹੀਂ, ਤੇ ਫਿਰ ਉਹ ਅੱਗੇ ਵਧਣ ਦਾ ਸੁਪਨਾ ਤਾਂ ਪਾਲ ਹੀ ਸਕਦੇ ਆ। ਸੱਚਮੁੱਚ ਇਹ ਕੇਜਰੀਵਾਲ ਲਈ ਔਖੀ ਘਾਟੀ ਆ, ਭਗਵੰਤ ਮਾਨ ਲਈ ਇਹ ਸੌਖੇ ਰਾਹ ਹੋ ਸਕਦੇ ਆ। ਔਰ ਮੈਨੂੰ ਲੱਗਦਾ ਹੈ ਕਿ ਉਹਨਾਂ ਕੋਲ ਦੇਣ ਲਈ ਬਹੁਤ ਕੁਝ ਆ ਜਿਹੜੇ ਕੋਸ਼ਿਸ਼ ਕਰ ਰਹੇ ਆ, ਲੇਕਿਨ ਭਗਵੰਤ ਕੋਲ ਬਹੁਤ ਜ਼ਿਆਦਾ ਆਪਸ਼ਨ ਬਚੀਆਂ ਨਹੀਂ। ਜੇ ਇਹ ਅੱਗੇ ਗੱਲ ਵੱਧ ਜਾਂਦੀ ਹੈ ਤੇ ਪੰਜਾਬ ਦੀ ਨੁਮਾਇੰਦਗੀ ਹੋਰ ਵੱਧ ਜਾਊਗੀ ਕੇਂਦਰ ਦੇ ਵਿੱਚ। ਲੇਕਿਨ ਮੈਂ ਇਹਦੇ ਨਾਲ ਹੁਣ ਜਿਹੜਾ ਮੇਨ ਸਵਾਲ ਆ ਉਹਦੇ ਤੇ ਆਵਾਂ ਕਿ ਬੀਤੇ ਕੱਲ ਜੋ ਵਾਪਰਿਆ ਉਹ ਦਿਸਿਆ, ਲੇਕਿਨ ਜੋ ਨਹੀਂ ਦਿਸਿਆ ਉਹ ਇਹ ਸੀ ਕਿ ਅਕਾਲੀ ਦਲ ਨੂੰ ਕੁਝ ਸਮੇਂ ਲਈ ਸੰਕਟ ਪੈਦਾ ਹੋ ਗਿਆ ਕਿ ਉਹ ਇਸ ਮਾਮਲੇ ਤੇ ਪ੍ਰਤੀਕਰਮ ਕੀ ਦੇਣ। ਇਹ ਬੜਾ, ਮਨਪ੍ਰੀਤ ਜੀ, ਟੇਢਾ ਸਵਾਲ ਆ ਕਿ ਅਕਾਲੀ ਦਲ ਰਿਐਕਸ਼ਨ ਕੀ ਦੇਵੇ। ਸਿਰਸੇ ਤੇ ਜਾਣ ਤੋਂ ਬਾਅਦ ਉਹ ਸਿਰਸੇ ਤੇ ਹਮਲਾ ਕਰੇ ਕਿ ਬੀਜੇਪੀ ਤੇ ਹਮਲਾ ਕਰੇ। ਇਹ ਬੜੀ ਦੇਰ ਮੰਥਨ ਚੱਲਦਾ ਰਿਹਾ ਕਿ ਲੜਾਈ ਸਿੱਧੀ ਨਹੀਂ ਕਰਨੀ, ਫਿਰ ਕਦੇ ਹੁੰਦਾ ਨਹੀਂ ਸਿੱਧੀ ਕਰਨੀ ਪੈਣੀ ਆ। ਫਿਰ ਵਾਇਆ ਉਹ ਪੁਰਾਣੀ ਗੱਲ, ਰਵਾਇਤ ਦੀ, ਇੰਦਰਾ ਗਾਂਧੀ ਵਰਗੀ ਸਿਆਸਤ, ਉਹਦਾ ਜ਼ਿਕਰ ਕੀਤਾ ਗਿਆ। ਸਿੱਧਾ ਪ੍ਰਧਾਨ ਮੰਤਰੀ ਤੇ ਨਿਸ਼ਾਨਾ ਨਹੀਂ ਸਾਧਿਆ ਗਿਆ, ਕਿਸੇ ਬੀਜੇਪੀ ਦੇ ਵੱਡੇ ਲੀਡਰ ਨੂੰ ਨਿਸ਼ਾਨੇ ਤੇ ਨਹੀਂ ਲਿਆ ਗਿਆ। ਸਿਰਸੇ ਨੂੰ ਵੀ ਪੋਲਾਈਟ ਤਰੀਕੇ ਨਾਲ ਇਹ ਕਿਹਾ ਗਿਆ ਕਿ ਸਿਰਸਾ ਦਬਾ ਨਹੀਂ ਚੱਲ ਸਕੇ, ਬਹੁਤ ਸਖਤ ਸ਼ਬਦ ਨਹੀਂ ਵਰਤੇ ਗਏ, ਬੜਾ ਬਚ ਕੇ ਚੱਲਣ ਦੀ ਕੋਸ਼ਿਸ਼ ਹੋ ਰਹੀ ਆ। ਉਹਨਾਂ ਦੇ ਆਪਣੇ ਇੱਕ ਵੱਡੇ ਲੀਡਰ ਤੇ ਜਦੋਂ ਰੇਡ ਹੋਈ ਸੀ ਲੁਧਿਆਣੇ 'ਚ, ਉਦੋਂ ਵੀ ਕੋਈ ਬਹੁਤ ਬਚ ਕੇ ਹੀ ਪ੍ਰਤੀਕਰਮ ਆਏ, ਪਤਾ ਨਹੀਂ ਆਏ ਵੇਖ ਨਹੀਂ। ਮੈਨੂੰ ਇਹਨਾਂ ਤੇ ਟਿੱਪਣੀ ਦਿਓ। ਇਹਦਾ ਮਤਲਬ ਹੈ ਕਿ ਜਦੋਂ ਤੁਸੀਂ ਡਿਫੈਂਸਿਵ ਹੁੰਦੇ ਹੋ, ਤੁਸੀਂ ਲੜਾਈ ਛੱਡ ਰਹੇ ਹੁੰਦੇ ਹੋ। ਡਿਫੈਂਸਿਵ ਹੋਣ ਦਾ ਮਤਲਬ ਹੁੰਦਾ ਜੋ ਆਪਣੇ ਕੋਲ ਹੈਗਾ ਬਚਾ ਲਓ।
ਇਹਦਾ ਮਤਲਬ ਜੀ ਇਹ ਨਹੀਂ ਹੁੰਦਾ ਕਿ ਸਰਕਾਰ ਬਣਾ ਲਓ, ਲੜਾਈ ਲੜ ਲਓ, ਲੜੇ ਬਿਨਾ ਕੁਝ ਨਹੀਂ ਮਿਲਦਾ। ਇਹ ਪੁਰਾਣੀ ਕਹਾਵਤ ਆ, ਇਹ ਸਿਆਣਿਆਂ ਦੇ ਕਥਨ ਨੇ ਕਿ ਲੜੇ ਬਿਨਾ ਅੱਗੇ ਨਹੀਂ ਵਧਿਆ ਜਾ ਸਕਦਾ। ਲੇਕਿਨ ਜਦੋਂ ਤੁਸੀਂ ਡਿਫੈਂਸਿਵ ਹੁੰਦੇ ਹੋ, ਸੁਰੱਖਿਆਤਮਕ ਹੁੰਦੇ ਹੋ, ਉਦੋਂ ਤੁਸੀਂ ਆਪਾ ਵਿਚਾਰੇ ਹੁੰਦੇ ਹੋ। ਤੇ ਆਪਾ ਬਚਾਉਣ ਲਈ ਜੇ ਕੋਈ ਸ਼੍ਰੋਮਣੀ ਅਕਾਲੀ ਦਲ ਕੋਲ ਬਚਿਆ ਤਾਂ ਮਹਿਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਬਚਿਆ। ਇਹਦਾ ਮਤਲਬ ਅਗਲੀ ਸਰਕਾਰ ਬਣਾਉਣ ਤੋਂ ਪਹਿਲਾਂ ਅਜੇ ਇਹ ਆਪਾ ਪੜਚੋਲਣਗੇ ਜਾਂ ਆਪਣੇ ਜਿੰਨੇ ਵੀ ਪੱਤੇ ਨੇ ਉਹਨਾਂ ਨੂੰ ਸਾਂਭਣ ਦੀ ਕੋਸ਼ਿਸ਼ ਕਰੇ। ਟਿੱਪਣੀ ਤੁਹਾਡੀ। ਰੰਧਾਵਾ ਜੀ, ਤੁਸੀਂ ਦੇਖੋ ਜੀ। ਮਨਜਿੰਦਰ ਸਿੰਘ ਸਿਰਸਾ, ਹੂੰ ਇਹਨਾਂ ਦੇ ਅੰਦਰ ਖਾਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਖਰੇ ਵੱਖਰੇ ਆਗੂਆਂ ਨਾਲ ਜਿਹੜੇ ਮਰਜ਼ੀ ਮਤਭੇਦ ਹੋਣ, ਲੇਕਿਨ ਉੱਪਰਲੀ ਸਤਹ ਤੇ ਜਦੋਂ ਇਹ ਬਹੁਤ ਖੁਸ਼ੀ ਪ੍ਰਗਟ ਕਰਦੇ ਆ ਕਿ ਅਸੀਂ ਗੁਰਦੁਆਰਾ ਦੀਆਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਜਿੱਤੀਆਂ, ਤੁਹਾਨੂੰ ਯਾਦ ਹੋਣਾ 46 ਸੀਟਾਂ ਚੋਂ 27 ਸੀਟਾਂ ਜਿਹੜੀ ਸੀ ਇਹ ਸ਼੍ਰੋਮਣੀ ਅਕਾਲੀ ਦਲ ਵਾਲੇ ਉੱਥੋਂ ਲੈ ਕੇ ਗਏ ਸੀ। ਲੇਕਿਨ ਮਨਜਿੰਦਰ ਸਿੰਘ ਸਿਰਸਾ ਨਾਲ ਉਹੀ ਹੋਇਆ ਜੋ ਮਮਤਾ ਬੈਨਰਜੀ ਨਾਲ ਵੈਸਟ ਬੰਗਾਲ ਦੇ ਵਿੱਚ ਹੋਇਆ ਸੀ। ਪਾਰਟੀ ਜਿਤਾ ਲਈ, ਆਪ ਹਾਰ ਗਏ। ਖੈਰ ਬਾਅਦ ਚ ਉਹ ਤਾਂ ਬਾਈ ਇਲੈਕਸ਼ਨ ਜਿੱਤ ਗਏ, ਲੇਕਿਨ ਜਦੋਂ ਇਹਨਾਂ ਦੀ ਵਾਰੀ ਆਈ ਇਹ ਪੰਜਾਬੀ ਚੋਂ ਵੀ ਫੇਲ ਹੋ ਗਏ ਸੀ। ਆਪਾਂ ਨੂੰ ਇਹ ਸਾਰਿਆਂ ਨੂੰ ਵੀ ਪਤਾ। ਲੇਕਿਨ ਆਪਾਂ ਆਉਂਦੇ ਹਾਂ ਇਸ ਗੱਲ ਦੀ ਸਿਆਸਤ ਤੇ। ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਜਦੋਂ ਡਿਫੈਂਸਿਵ ਖੇਡਣਾ, ਮਨਪ੍ਰੀਤ ਸਿੰਘ ਐਲੀ ਦੇ ਘਰ ਛਾਪੇ ਪੈਂਦੇ ਨੇ, ਉਸ ਤੋਂ ਬਾਅਦ ਗੁਰਦੀਪ ਸਿੰਘ ਝੁਝਾਰ ਹੋਣਾ ਦੇ ਆਈਟੀ ਦੇ, ਈਡੀ ਦੇ, ਐਨਫੋਰਸਮੈਂਟ ਡਾਇਰੈਕਟੋਰੇਟ ਦੇ ਛਾਪੇ ਪੈਂਦੇ ਨੇ, ਤੇ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਚੂੰ ਨਹੀਂ ਕਰਦਾ। ਬੜੀ ਹੈਰਾਨੀ ਦੀ ਗੱਲ ਆ। ਕਿਉਂ ਨਹੀਂ ਉਹਨਾਂ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਜਾਂ ਕੇਂਦਰ ਦੀਆਂ ਏਜੰਸੀਆਂ ਦੇ ਖਿਲਾਫ ਇਹ ਬੋਲਦਾ? ਇਹ ਸਾਰੇ ਲੋਕ ਇਸ ਗੱਲ ਤੇ ਹੈ ਕਿ ਆਪਣੇ ਵਿਅਕਤੀ ਜਿਹੜੇ ਤੁਹਾਡੇ ਇੰਨੇ ਖਾਸ ਆ, ਮਨਪ੍ਰੀਤ ਸਿੰਘ ਯਾਲੀ, ਉਹ ਤਾਂ ਤੁਹਾਡੇ ਆਪਣੇ ਵਿਅਕਤੀ ਨੇ, ਤੁਸੀਂ ਉਹਨਾਂ ਦੇ ਹੱਕ 'ਚ ਬਿਆਨ ਤਾਂ ਦਿਓ। ਅੱਛਾ, ਉਸ ਤੋਂ ਬਾਅਦ ਆਓ, ਜਿਸ ਦਿਨ ਖੇਤੀ ਕਾਨੂੰਨ ਖਾਰਜ ਹੁੰਦੇ ਨੇ, ਜਿਸ ਦਿਨ ਖੇਤੀ ਕਾਨੂੰਨ ਖਾਰਜ ਹੁੰਦੇ ਨੇ, ਪਾਰਲੀਮੈਂਟ ਬੈਠਦੀ ਆ, ਨਾ ਤਾਂ ਉੱਥੇ ਸੁਖਬੀਰ ਸਿੰਘ ਬਾਦਲ ਹੁੰਦੇ ਨੇ, ਨਾ ਹਰਸਿਮਰਤ ਕੌਰ ਬਾਦਲ ਹੁੰਦੇ ਨੇ। ਐਸਜੀਪੀਸੀ ਦੇ ਪ੍ਰਧਾਨ ਦੀ ਚੋਣ ਹੋਣੀ ਆ, ਉਹ ਤਾਂ ਹੋ ਜਾਣੀ ਆ, ਲੇਕਿਨ ਤੁਹਾਡਾ ਉੱਥੇ ਮੌਜੂਦ ਰਹਿਣਾ ਕਿੰਨਾ ਜ਼ਰੂਰੀ ਸੀ? ਪਤਾ ਲੱਗਾ ਕਿ ਹਰਸਿਮਰਤ ਕੌਰ ਤਾਂ ਇਸ ਟਾਈਮ ਬਾਹਰ ਗਏ ਹੋਏ ਨੇ, ਖੈਰ ਇਹ ਉਹਨਾਂ ਨੂੰ ਜ਼ਿਆਦਾ ਪਤਾ ਹੋਊਗਾ, ਲੇਕਿਨ ਬਾਕੀ ਜਿੰਨੇ ਵੀ ਐਮਪੀਸੀ ਦੇ, ਉਹਨਾਂ ਦਾ ਮੌਜੂਦ ਰਹਿਣਾ, ਲੋਕਾਂ ਨੂੰ ਆਪਣੀ ਗੱਲਬਾਤ ਦੱਸਣੀ, ਉਹਨਾਂ ਦੇ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਇੱਕ ਵਾਰੀ ਫੇਰ ਖੜੇ ਹੋਣਾ, ਕਿਉਂਕਿ ਸ਼ੁਰੂ ਦੇ ਵਿੱਚ ਜਦੋਂ ਇਹ ਕਾਨੂੰਨ ਬਣੇ ਸੀ ਤੁਸੀਂ ਹੱਕ 'ਚ ਖੜੇ ਸੀ। ਜੇ ਸਾਰੀਆਂ ਗੱਲਾਂ ਨੂੰ ਲੈ ਲਓ ਤੇ ਜੇ ਮਨਜਿੰਦਰ ਸਿੰਘ ਸਿਰਸਾ ਹੋਣੇ ਵਾਲੀ ਗੱਲ ਤੇ ਤੁਸੀਂ ਜਿਹੜੀ ਡਿਫੈਂਸਿਵ ਦੀ ਗੱਲ ਕਹੀ ਆ, ਕਹਿੰਦੇ ਰੱਖਿਆ ਦੇ ਰਕਸ਼ਾਤਮਕ ਜਿਹਨੂੰ ਕਹਿੰਦੇ ਆ ਖੇਡਣਾ, ਉਹ ਕੋਈ ਅਟੈਕ ਮੋਡ ਦੇ ਵਿੱਚ ਜਦੋਂ ਤੁਸੀਂ ਨਹੀਂ ਆਉਂਦੇ ਤੇ ਫੇਰ ਪਤਾ ਲੱਗਦਾ ਕਿ ਤੁਹਾਡੀ ਜਿਹੜੀ ਖੇਡ ਆ ਜਾਂ ਤੁਹਾਡਾ ਇਸ ਟਾਈਮ ਜਿਹੜੀ ਚੋਣ ਪ੍ਰਚਾਰ ਚੱਲ ਰਿਹਾ ਉਹ ਉਸ ਪੱਧਰ ਦਾ ਨਹੀਂ। ਕਿਤੇ ਨਾ ਕਿਤੇ ਤੁਸੀਂ ਬਚ-ਬਚ ਕੇ ਖੇਡ ਰਹੇ ਹੋ। ਔਰ ਤੁਹਾਡੀ ਗੱਲ ਇਹ ਵੀ ਬੜੀ ਦਰੁਸਤ ਆ, ਡਾਕਟਰ ਦਲਜੀਤ ਸਿੰਘ ਚੀਮਾ ਹੋਣਾ ਦਾ ਇਹ ਕਹਿਣਾ ਕਿ ਦੇਖੋ ਇਹ ਤਾਂ ਉਹੀ ਰਾਜਨੀਤੀ ਆ, ਉਹੀ ਸਿਆਸਤ ਹੈ ਜੋ ਕਿਸੇ ਟਾਈਮ ਇੰਦਰਾ ਗਾਂਧੀ ਹੋਣੀ ਕਰਦੇ ਹੁੰਦੇ ਸੀ। ਤੁਸੀਂ ਸਿੱਧਾ ਨਾਂ ਲੈ ਕੇ ਕਿਉਂ ਨਹੀਂ ਕਹਿੰਦੇ ਕਿ ਇਹ ਭਾਰਤੀ ਜਨਤਾ? ਔਰ ਜਦੋਂ ਵੀ ਤੁਸੀਂ ਦੇਖੋ, ਅਕਾਲੀ ਦਲ ਨੇ, ਸ਼੍ਰੋਮਣੀ ਅਕਾਲੀ ਦਲ ਨੇ ਕਦੇ ਵੀ ਭਾਰਤੀ ਜਨਤਾ ਪਾਰਟੀ ਨੂੰ ਜਿਵੇਂ ਕਹਿੰਦੇ ਆ ਸਿੰਗੋਂ ਫੜ ਕੇ ਉਹ ਟਿੱਪਣੀਆਂ ਨਹੀਂ ਦਿੱਤੀਆਂ, ਹਮੇਸ਼ਾ ਬਚ-ਬਚ ਕੇ ਟਿੱਪਣੀਆਂ ਦਿੱਤੀਆਂ। ਇਹਦਾ ਜਿਹੜਾ ਖਮਿਆਜ਼ਾ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਨੂੰ ਭੁਗਤਣਾ ਪੈ ਰਿਹਾ, ਜਿੰਨੀ ਦੇਰ ਤੱਕ ਇਹਨਾਂ ਦੀ ਸਟ੍ਰੈਟਜੀ, ਈਵਨ ਮੈਂ ਕਹੂੰਗਾ ਬਿਕਰਮ ਸਿੰਘ ਮਜੀਠੀਆ ਤੇ ਵੀ ਬਚ ਕੇ ਚੱਲਿਆ। ਜਦੋਂ ਤੁਹਾਨੂੰ ਪਤਾ ਕੁਝ ਨਹੀਂ ਆ ਐਸਟੀਐਫ ਦੀ ਰਿਪੋਰਟ, ਤੇ ਫਿਰ ਫੜ ਲਓ ਉਸ ਬਲਦ ਨੂੰ ਸਿੰਘਾਂ ਨਾਲ। ਪਤਾ ਕਰੋ ਕਿ ਤੁਸੀਂ ਕਹੋ ਕਿ ਸਾਡਾ ਇਹ ਗੱਲ ਸਾਫ਼ ਕਰੋ, ਐਸਟੀਐਫ ਦੀ ਰਿਪੋਰਟ ਜਨਤਕ ਕਰੋ। ਅਸੀਂ ਚਾਹੁੰਦੇ ਹਾਂ ਕਿ ਲੋਕਾਂ ਤੱਕ ਪਹੁੰਚੇ। ਤੁਸੀਂ ਲੋਕਾਂ ਨੂੰ ਝੂਠ ਫੈਲਾਉਂਦੇ ਹੋ ਤੇ ਬੈਕਫੁੱਟ ਤੇ ਕਰ ਦਿਓ ਕਾਂਗਰਸ ਨੂੰ, ਪਰ ਤੁਸੀਂ ਉੱਥੇ ਵੀ ਨਹੀਂ ਕਰ ਸਕੇ। ਸੋ ਇਹ ਸਾਰੀਆਂ ਗੱਲਾਂ ਦੇ ਵਿੱਚ ਆਉਂਦਾ ਕਿ ਅਕਾਲੀ ਦਲ ਕਿਤੇ ਨਾ ਕਿਤੇ ਆਪਸ ਦੇ ਸਟ੍ਰੈਟਜੀ ਹੋ ਜੇ ਜਾਂ ਉਹਨਾਂ ਦੀ ਰਣਨੀਤੀ ਹੋਵੇ, ਉਹਦੇ ਵਿੱਚ ਬੜਾ ਕਨਫਿਊਜ਼ਡ ਆ, ਉਹਨਾਂ ਨੂੰ ਸਮਝ ਨਹੀਂ ਆ ਰਹੀ। ਔਰ ਤੁਸੀਂ ਇਹ ਗੱਲ ਬਿਲਕੁਲ ਠੀਕ ਕੀਤੀ, ਮਨਜਿੰਦਰ ਸਿੰਘ ਸਿਰਸਾ ਜਦੋਂ ਹੋ ਗਏ ਤੇ ਟਿੱਪਣੀਆਂ ਨਹੀਂ ਸੀ ਹੋ ਰਹੀਆਂ, ਹੱਕੇ ਬੱਕੇ ਰਹਿ ਗਏ ਕਿ ਬਣਿਆ ਕੀ ਸਾਡੇ ਨਾਲ। ਜੀ ਰੰਧਾਵਾ। ਬਿਲਕੁਲ ਬਿਲਕੁਲ। ਪਰ ਮੈਂ ਇਹਦੇ 'ਚ ਇੱਕ ਚੀਜ਼ ਹੋਰ ਐਡ ਕਰਨਾ ਚਾਹੂੰਗਾ। ਤੁਸੀਂ ਬੜਾ ਦਿਲਚਸਪ ਕਿਹਾ ਕਿ ਦੋ ਵੱਡੇ ਲੀਡਰਾਂ ਦੇ ਉੱਤੇ, ਲੀਡਰ ਤਾਂ ਨਹੀਂ ਕਹੋਗੇ ਲੇਕਿਨ ਬਿਜ਼ਨਸ ਦੇ ਨਜ਼ਰੀਏ ਤੋਂ ਫਾਸਟਵੇ ਕੇਬਲ ਦੇ ਮਾਲਕ ਗੁਰਦੀਪ, ਜਿਹੜੇ ਜੁਝਾਰ ਟਰਾਂਸਪੋਰਟ ਦੇ ਵੀ ਮਾਲਕ ਨੇ, ਔਰ ਕਾਫੀ ਜਗ੍ਹਾ ਤੇ ਜਿਵੇਂ ਕੁਝ ਫਿਲਮਾਂ, ਕੁਝ ਹੋਰ ਚੀਜ਼ਾਂ, ਬੜਾ ਜ਼ਿਕਰ ਹੁੰਦਾ ਰਿਹਾ ਉਹਦੇ 'ਚ, ਔਰ ਪਾਰਟਿਸਿਪੇਸ਼ਨਸ ਅਲੱਗ-ਅਲੱਗ ਤਰ੍ਹਾਂ ਦੀਆਂ ਰਹੀਆਂ ਨੇ। ਰਿਸ਼ਤੇ ਹੁੰਦੇ ਹੀ ਆ, ਉਹ 'ਚ ਕੋਈ ਵੱਡੀ ਗੱਲ ਨਹੀਂ, ਪਰ ਉੱਥੇ ਚੁੱਪੀ ਧਾਰ ਲੈਣਾ। ਅਯਾਲੀ ਇਹਨਾਂ ਦਾ ਬਲੂ ਆਈਡ, ਇਹਨਾਂ ਦੇ ਪੁਰਾਣੇ ਸਾਥੀ ਬਿਕਰਮ ਸਿੰਘ ਮਜੀਠੀਆ ਨਾਲ ਉਹ ਯੂਥ ਦੇ ਵਿੱਚ ਬੜਾ ਚਿਰ ਰਹੇ, ਔਰ ਉੱਥੇ ਵੀ ਚੁੱਪੀ ਧਾਰ ਲੈਣਾ। ਪਰ ਇੱਕ ਅਹਿਮ ਸਵਾਲ ਆ, ਜਿਹੜੇ ਬਹੁਤ ਵੱਡੇ ਲੀਡਰ ਬਚੇ ਨੇ ਹੁਣ ਅਕਾਲੀ ਦਲ 'ਚ, ਉਹਨਾਂ 'ਚੋਂ ਕੁਝ ਟਕਸਾਲੀ ਕਿਸਮ ਦੇ ਲੋਕਾਂ ਨਾਲ ਮੇਰੀ ਗੱਲ ਹੋਈ, ਮੈਂ ਨਾਂ ਨਹੀਂ ਲਊਂਗਾ, ਇਹ ਬਹੁਤ ਸੈਂਸਿਟਿਵ ਦੌਰ ਚੱਲਦਾ ਪਿਆ, ਕਿਸੇ ਦਾ ਵੀ ਨੁਕਸਾਨ ਹੋਵੇ ਅੰਦਰ ਖਾਤੇ ਉਹਦੇ ਤੇ ਬੇਭਰੋਸਗੀ ਹੋਵੇ, ਇਹ ਨਹੀਂ ਹੋਣਾ ਚਾਹੀਦਾ। ਉਹ ਲੋਕ ਟਕਸਾਲੀ, ਉਹ ਲੋਕ ਜਿਹੜੇ ਪੁਰਾਣੇ ਨੇ, ਉਹ ਲੋਕ ਜਿਹੜੇ ਬਾਦਲ ਦੇ ਸਾਥੀ ਨੇ, ਉਹ ਲੋਕ ਇਹ ਸਮਝਦੇ ਆ ਕਿ ਬਿਕਰਮ ਮਜੀਠੀਆ ਦੇ ਖਿਲਾਫ ਕੇਸ ਅਜੇ ਦਰਜ ਨਹੀਂ ਸੀ ਹੋਇਆ।
ਸੁਖਬੀਰ ਸਿੰਘ ਬਾਦਲ ਨੂੰ ਬੇਅਦਬੀ ਮਾਮਲਿਆਂ ਦੇ ਵਿੱਚ ਅਜੇ ਕਿਸੇ ਵੀ ਤਰ੍ਹਾਂ ਦੀ FIR ਜਾਂ ਕੋਈ 105 ਜਿਹੜਾ ਉਹ ਕਹਿ ਰਹੇ ਸੀ ਕਿ ਐਫੀਡੇਵਿਟ ਜਾਂ ਕੋਈ ਵੀ ਅਦਾਲਤ 'ਚ ਕਿਸੇ ਦੇ ਗਵਾਹ ਦੇ ਬਿਆਨ ਦਰਜ ਕਰਾ ਲਏ, ਕੁਝ ਨਹੀਂ ਸੀ ਹੋਇਆ। ਪਰ ਉਹਦੇ ਤੇ ਸਾਰੀ ਪਾਰਟੀ ਪੱਬਾਂ ਭਾਰੋਗੀ। ਵਿਕਰਮ ਦੇ ਮਾਮਲੇ 'ਚ ਪ੍ਰਧਾਨ ਸਾਹਿਬ ਨੇ ਆਪ ਚੰਡੀਗੜ੍ਹ 'ਚ ਪੇਸ਼ੀ ਕੀਤੀ, ਕੋਰ ਕਮੇਟੀ ਸੱਦੀ ਸਪੈਸ਼ਲੀ। ਲੇਕਿਨ ਇਹਦਾ ਮਤਲਬ ਹੈ ਕਿ ਸੱਟ ਜਦੋਂ ਇੱਥੇ ਲੱਗਦੀ ਆ ਉਦੋਂ ਹੀ ਤਕਲੀਫ ਹੁੰਦੀ ਆ। ਪਾਰਟੀ ਦੇ ਹੋਰ ਕਿਸੇ ਵੀ ਪੱਧਰ ਤੇ ਕੁਝ ਵੀ ਵਾਪਰ ਜਾਏ, ਹੋਰ ਪੁਰਾਣੇ ਸਾਥੀਆਂ ਤੇ ਕਿਤੇ ਵੀ ਕੁਝ ਵਾਪਰ ਜਾਏ, ਉੱਥੇ ਪਾਰਟੀ ਸਟੈਂਡ ਕਿਉਂ ਨਹੀਂ ਲੈ ਰਹੀ? ਇਹ ਅੰਦਰ ਖਾਤੇ ਗੱਲ ਚੱਲਣੀ ਸ਼ੁਰੂ ਹੋ ਗਈ ਆ। ਔਰ ਮਨਜਿੰਦਰ ਸਿੰਘ ਸਿਰਸਾ ਲਈ ਭਾਜਪਾ ਦੇ ਮੰਚ ਤੋਂ ਇਹੀ ਸਭ ਤੋਂ ਸੌਖ ਹੋਊਗੀ ਕਿ ਉਹ ਕਿੰਨਾ ਲੋਕਾਂ ਨਾਲ ਰਾਬਤਾ ਕਰਨ 'ਚ ਕਾਮਯਾਬ ਰਹਿੰਦੇ ਆ। ਮਨਜਿੰਦਰ ਸਿੰਘ ਸਿਰਸਾ ਬਹੁਤ ਤੇਜ਼ ਤਰਾਰ ਨੇ, ਉਹ ਇੱਕ ਪਲ 'ਚ ਕਿਤੇ, ਦੂਜੇ ਪਲ 'ਚ ਕਿਤੇ, ਤੀਜੇ ਪਲ 'ਚ ਕਿਤੇ ਪਹੁੰਚ ਸਕਦੇ। ਮਨਜਿੰਦਰ ਸਿੰਘ ਸਿਰਸਾ ਭਾਵੇਂ ਪੁਰਾਣੇ ਬੀਜੇਪੀ ਵਾਲੇ ਹੀ ਸੀਗੇ, ਉਹ ਉਹਨਾਂ ਦੀ ਟਿਕਟ ਤੇ ਹੀ ਲੜਦੇ ਰਹੇ, ਉਹ ਅਕਾਲੀ ਦਲ 'ਚ ਰਹਿ ਕੇ ਵੀ ਬੀਜੇਪੀ ਦੀ ਟਿਕਟ ਤੇ ਲੜਦੇ ਰਹੇ। ਤੁਸੀਂ ਕਹੋਗੇ ਕਿ ਉਹ ਤਾਂ ਪਹਿਲਾਂ ਹੀ ਉੱਥੇ ਸੀ, ਪਰ ਇਹ ਮੰਨਣਾ ਪਊਗਾ ਕਿ ਉਦੋਂ ਇਹ ਪਹਿਲਾਂ ਹੀ ਵੱਖਰੀਆਂ ਪਾਰਟੀਆਂ ਦੇ ਬਾਵਜੂਦ ਇੱਕੋ ਸਫ਼ੇ ਤੇ ਸੀਗੇ, ਇੱਕੋ ਤਰ੍ਹਾਂ ਨਾਲ ਚੱਲਦੇ ਸੀ। ਲੇਕਿਨ ਹੁਣ ਅੱਡਰ ਹੋ ਚੁੱਕੇ ਆ। ਜਿਹੜੇ ਲੋਕ ਇਹ ਸਮਝਦੇ ਆ ਕਿ ਰਲ ਕੇ ਖੇਡਿਆ ਜਾ ਰਿਹਾ, ਮੈਂ ਉਹਨਾਂ ਨੂੰ ਦੱਸ ਦਿਆਂ ਕਿ ਆਪਣੀ ਸਿਆਸੀ ਮੌਤ ਦੀ ਕੀਮਤ ਤੇ ਕੋਈ ਦੂਜੇ ਨੂੰ ਨਹੀਂ ਬਚਾਉਂਦਾ ਹੁੰਦਾ। ਇਸ ਵੇਲੇ ਅਕਾਲੀ ਦਲ ਜਦੋਂ 1 ਮਹੀਨਾ ਚੋਣ ਜਾਬਤਾ ਲੱਗਣ 'ਚ ਰਹਿ ਗਿਆ, ਉਦੋਂ ਕਿਸੇ ਵੀ ਕੀਮਤ ਤੇ ਆਪਣੇ ਘਰ ਦੇ ਵਿੱਚ ਏਡੀ ਵੱਡੀ ਸੰਨ ਬਰਦਾਸ਼ਤ ਨਹੀਂ ਸੀ ਕਰ ਸਕਦਾ। ਇਹ ਕੋਈ ਗੇਮ ਰਲ ਕੇ ਖੇਡਣ ਵਾਲੀ ਨਹੀਂ। ਇਹ ਤਾਂ ਸੱਟ ਮਾਰੀ ਗਈ ਆ, ਜਿੱਦਾਂ ਅੰਮ੍ਰਿਤਸਰ 'ਚ ਅਨਿਲ ਜੋਸ਼ੀ ਪੁੱਟੇ ਗਏ ਸੀ ਜਦੋਂ ਬੀਜੇਪੀ ਦਾ ਇੱਥੇ ਮਾੜਾ ਹਾਲ ਸੀ। ਜਦੋਂ ਉਹਨਾਂ ਦਾ ਸਭ ਤੋਂ ਵੱਡਾ ਤੇਜ਼ਤਰਾਰ ਚਿਹਰਾ ਤੁਸੀਂ ਪੁੱਟਿਆ ਸੀ, ਅਨਿਲ ਜੋਸ਼ੀ, ਜਿਹੜੇ ਅੱਜ ਕੱਲ ਸਟੇਜਾਂ ਤੋਂ ਬਹੁਤ ਧੂਆਂਧਾਰ ਬੋਲਦੇ ਆ, ਉਹ ਅਨਿਲ ਜੋਸ਼ੀ ਤੇ ਉਹਦੇ ਮੁਕਾਬਲੇ ਤੇ ਮਨਜਿੰਦਰ ਸਿੰਘ ਸਿਰਸਾ ਇੱਕੋ ਸਟੇਟਸ ਵਾਲੇ, ਇੱਕੋ ਸਟੇਚਰ ਵਾਲੇ, ਇੱਕੋ ਤੌਰ ਤਰੀਕਿਆਂ ਵਾਲੇ ਦੋ ਵੱਖ-ਵੱਖ ਆਗੂ। ਕਹਿੰਦੇ ਆਓ ਜਿੱਦਾਂ ਖੇਡਣਾ ਖੇਡਦੇ ਆ। ਸੋ ਅਕਾਲੀ ਦਲ ਨੂੰ ਭਾਰੀ ਪੈ ਰਿਹਾ। ਮੈਂ ਟਿੱਪਣੀ ਤੁਹਾਡੀ ਲੈਣਾ ਚਾਹੂੰਗਾ ਇੱਥੇ। ਜੀ ਬਿਲਕੁਲ, ਇਹ 'ਚ ਕੋਈ ਸ਼ੱਕ ਨਹੀਂ। ਔਰ ਤੁਸੀਂ ਇੱਕ ਗੱਲ ਹੋਰ ਦੇਖੋ, ਉਸ ਵਕਤ ਜਦੋਂ ਅਨਿਲ ਜੋਸ਼ੀ ਆਉਂਦੇ ਆ, ਉਹ ਤੁਹਾਨੂੰ ਪਤਾ ਹੋਣਾ ਰੰਧਾਵਾ ਜੀ, ਜਿਹੜੀ ਉਹ ਅੰਮ੍ਰਿਤਸਰ ਨਾਰਥ ਵਾਲੀ ਸੀਟ ਆ ਅਨਿਲ ਜੋਸ਼ੀ ਹੁਣਾਂ ਦੀ, ਉਹ ਪਹਿਲਾਂ ਹੀ ਬਸਪਾ ਨੂੰ, ਬਹੁਜਨ ਸਮਾਜ ਪਾਰਟੀ ਨੂੰ ਐਲਾਨ ਦਿੱਤੀ ਗਈ ਸੀ। ਲੇਕਿਨ ਉਸ ਤੋਂ ਬਾਅਦ ਉਹਨਾਂ ਨਾਲ ਉਸ ਸੀਟ ਨਾਲ ਸਮਝੌਤਾ ਹੋਇਆ, ਅਨਿਲ ਜੋਸ਼ੀ ਨੂੰ ਵਾਪਸ ਲੈ ਕੇ ਆਂਦਾ ਤੇ ਉੱਥੋਂ ਖੜਾ ਕੀਤਾ ਗਿਆ। ਹੋਰ ਵੀ ਬਹੁਤ ਸਾਰੇ ਭਾਜਪਾ ਦੇ ਇਸ ਤਰ੍ਹਾਂ ਦੇ ਨੇਤਾ ਸੀ, ਸਿਆਸੀ ਨੇਤਾ, ਮਦਨ ਮੋਹਨ ਮਿੱਤਲ ਹੋਣ, KD ਭੰਡਾਰੀ ਹੋਣ, ਜਾਂ ਮਾਸਟਰ ਮੋਹਨ ਲਾਲ ਵੀ ਮੈਨੂੰ ਯਾਦ ਆ, ਜਿਹੜੇ ਸਾਬਕਾ ਟਰਾਂਸਪੋਰਟ ਮੰਤਰੀ ਰਹੇ ਆ। ਇਹ ਸਾਰੇ ਹੀ ਜਿਹੜੇ ਇੱਕ ਵਾਰੀ ਚਾਹੁੰਦੇ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਸੀਂ ਦੁਬਾਰਾ ਕਿਸੇ ਤਰ੍ਹਾਂ ਸ਼ਿਰਕਤ ਕਰ ਸਕੀਏ ਜਾਂ ਉਸ ਵਿੱਚ ਜਾ ਸਕੇ। ਕਿ ਜਦੋਂ ਤੋਂ ਗੱਠਜੋੜ ਟੁੱਟਾ, ਉਹਨਾਂ ਨੂੰ ਲੱਗਦਾ ਕਿ ਭਾਜਪਾ ਦਾ ਕੋਈ ਸਥਾਨ ਰਹਿ ਨਹੀਂ ਗਿਆ। ਭਾਜਪਾ ਧਰਾਤਲ ਦੇ ਉੱਤੇ ਬਹੁਤ ਵੀਕ ਆ, ਔਰ ਖਾਸ ਤੌਰ ਤੇ ਕਿਸਾਨੀ ਅੰਦੋਲਨ ਜਦੋਂ ਚੱਲ ਰਿਹਾ, ਉਸ ਤੋਂ ਬਾਅਦ ਭਾਜਪਾ ਨੂੰ ਇੱਥੇ ਕੋਈ ਟਰੈਕਸ਼ਨ ਜਾਂ ਕਿਸੇ ਤਰ੍ਹਾਂ ਦਾ ਸਮਰਥਨ ਮਿਲਦਾ ਹੋਇਆ ਦਿਖਾਈ ਨਹੀਂ ਦਿੱਤਾ। ਲੇਕਿਨ ਇਸ ਦੇ ਨਾਲ ਮੈਂ ਇਹ ਦੱਸਦਾ, ਜਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਲੱਗਾ ਕਿ ਅਨਿਲ ਜੋਸ਼ੀ ਆ ਗਏ, ਤੇ ਜੇ ਅਸੀਂ ਹੋਰ ਭਾਜਪਾ ਦੇ ਲੀਡਰ ਆਪਣੇ ਵੱਲ ਲੈ ਆਂਦੇ ਤੇ ਸਾਡੇ ਤੇ ਕਿਤੇ ਇਹ ਧੱਬਾ ਨਾ ਲੱਗ ਜੇ ਕਿ ਕਿਤੇ ਇਹ ਦੁਬਾਰਾ ਉਹੀ ਚੀਜ਼ ਤਾਂ ਨਹੀਂ, ਇੱਕ ਨਵੀਂ ਬੋਤਲ 'ਚ ਪਾ ਕੇ, ਜਿਹੜੀ ਪੁਰਾਣੀ ਜਿਵੇਂ ਕਹਿੰਦੇ ਨੇ ਸ਼ਰਾਬ ਆ, ਨਵੀਂ ਬੋਤਲ 'ਚ ਪਾਈ ਜਾ ਰਹੀ ਆ, ਵੀ ਇਹ ਤਾਂ ਦੁਬਾਰਾ ਫੇਰ ਇਕੱਠੇ ਹੋ ਰਹੇ ਆ। ਇਸ ਡਰ ਨੂੰ ਦੇਖਦੇ ਹੋਏ, ਇਸ ਭੈ ਕਿਤੇ ਸਾਨੂੰ ਇਹਦਾ ਸਿਆਸੀ ਨੁਕਸਾਨ ਨਾ ਹੋਵੇ, ਉਹਨਾਂ ਨੇ ਹੋਰ ਜਿਹੜੀਆਂ ਨੇਤਾ, ਸੁਖਪਾਲ ਸਿੰਘ ਨੰਨੂ ਵੀ ਇੱਕ ਫਿਰੋਜ਼ਪੁਰ ਤੋਂ ਜਿਹੜੇ ਆ ਲੀਡਰ, ਉਹ ਵੀ ਚਾਹੁੰਦੇ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਦੁਬਾਰਾ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚਲੇ ਜਾਈਏ। ਇਹ ਸਾਰੀਆਂ ਕਵਾਇਤਾਂ ਨੂੰ, ਕੋਸ਼ਿਸ਼ਾਂ ਨੂੰ ਰੋਕ ਦਿੱਤਾ ਗਿਆ। ਤੇ ਹੁਣ ਤੁਹਾਡੀ ਗੱਲ ਬਿਲਕੁਲ ਠੀਕ ਆ ਕਿ ਉਹੀ ਉਹਨਾਂ ਨੂੰ ਬਾਹਰ ਤਾਂ ਕੱਢਤਾ ਸੀ, ਮਨਜਿੰਦਰ ਸਿੰਘ ਸਿਰਸਾ ਦੇ ਰੂਪ ਦੇ ਵਿੱਚ ਭਾਜਪਾ ਉਹਨਾਂ ਨੂੰ ਲੈ ਆਈ। ਨਹਿਲੇ ਤੇ ਦਹਿਲਾ ਵੱਜ ਗਿਆ, ਤੇ ਹੁਣ ਇਹ ਨਹਿਲੇ ਤੇ ਦਹਿਲਾ ਕਿੱਥੋਂ ਤੱਕ ਜਾਂਦਾ, ਅਗਲਾ ਦਹਿਲਾ ਕਿਹਦਾ ਆਉਂਦਾ, ਇਸ ਦੀ ਆਪਾਂ ਸਾਰੇ ਇੰਤਜ਼ਾਰ ਕਰਾਂਗੇ ਜੀ। ਇਸ ਇੰਤਜ਼ਾਰ ਦੇ ਵਿੱਚ ਇੱਕ ਹੋਰ ਚੀਜ਼ ਸ਼ਾਮਲ ਕਰ ਲਓ। ਢੀਂਡਸਾ, ਸਰਦਾਰ ਸੁਖਦੇਵ ਸਿੰਘ ਢੀਂਡਸਾ ਔਰ ਮੰਝੇ ਹੋਏ ਪੁਰਾਣੇ ਪੋਲੀਟੀਸ਼ੀਅਨ ਨੇ, ਘੱਟ ਬੋਲਦੇ ਆ, ਚੁੱਪ ਚਪੀਤੇ ਆਪਣੀ ਰਾਜਨੀਤੀ ਕਰਦੇ ਆ। ਸਾਰੀ ਉਮਰ ਪ੍ਰਕਾਸ਼ ਸਿੰਘ ਬਾਦਲ ਦੇ ਸੱਜੇ ਖੱਬੇ ਬਹਿੰਦੇ ਰਹੇ ਆ। ਉਹਨਾਂ ਦੀਆਂ ਸਾਰੀਆਂ ਰਾਜਨੀਤਿਕ ਚਾਲਾਂ ਢੀਂਡਸਾ ਨੂੰ ਵੀ ਪਤਾ ਹੁੰਦੀਆਂ, ਔਰ ਉਸੇ ਤਰ੍ਹਾਂ ਦੀ ਰਾਜਨੀਤੀ ਉਹ ਵੀ ਕਰਦੇ ਆ, ਚੁੱਪ ਚਪੀਤੀ। ਪਰ ਢੀਂਡਸਾ ਸਾਹਿਬ ਨੂੰ ਪਿੱਛੇ ਜਦੋਂ ਕੇਜਰੀਵਾਲ ਨਾਲ ਗੱਲਬਾਤ ਚੱਲੀ ਤਾਂ ਉਹਨਾਂ ਨੇ ਕਿਹਾ ਸੀ ਕਿ ਆਪਣੀ ਪਾਰਟੀ ਮਰਜ ਕਰ ਲਓ, ਸਾਡੇ ਵਿੱਚ ਸ਼ਾਮਲ ਹੋ ਜਾਓ, ਵੈਲਕਮ ਆ। ਇਸੇ ਤਰ੍ਹਾਂ ਦੇ ਹਾਲਾਤ ਸਰਦਾਰ ਸੁਖਦੇਵ ਸਿੰਘ ਢੀਂਡਸਾ ਲਈ ਹੁਣ ਵੀ ਬਣ ਗਏ ਆ। ਜਦੋਂ ਬੀਜੇਪੀ ਅਟੈਕਿੰਗ ਮੋਡ ਤੇ ਆ, ਔਰ ਜਿਹੜਾ ਨੁਕਸਾਨ ਅਕਾਲੀ ਦਲ ਦਾ ਢੀਂਡਸਾ ਨਹੀਂ ਕਰ ਸਕੇ ਬਾਹਰ ਨਿਕਲ ਕੇ, ਉਹ ਬੀਜੇਪੀ ਸੱਤਾ 'ਚ ਹੋ ਕੇ ਬਹੁਤ ਸੌਖਿਆਂ ਕਰਨ ਦੇ ਵੱਲ ਵੱਧ ਗਈ ਆ। ਜਿੱਦਾਂ ਸਿਰਸੇ ਨੂੰ ਕੱਢਿਆ ਵਿੱਚੋਂ, ਬਤੌਰ ਪ੍ਰਧਾਨ ਕੱਢ ਲਿਆ, ਬਾਅਦ 'ਚ ਉਹਨੇ ਅਸਤੀਫਾ ਦਿੱਤਾ। ਬਹੁਤ ਸਾਫ਼ ਮਤਲਬ ਹੈ ਕਿ ਕਿਤੇ ਅੱਜ ਇਹ ਪ੍ਰਸਤਾਵ ਢੀਂਡਸਾ ਅੱਗੇ ਵੀ ਰੱਖਿਆ ਜਾਊਗਾ, ਕਿਉਂਕਿ ਸਰਦਾਰ ਸੁਖਦੇਵ ਸਿੰਘ ਢੀਂਡਸਾ ਕੋਲੇ ਘੱਟੋ ਘੱਟ 15 ਦੇ ਕਰੀਬ ਇਹੋ ਜਿਹੇ ਚਿਹਰੇ ਆ ਜਿਹੜੇ MLA ਸਟੇਚਰ ਦੇ, ਜਿਨ੍ਹਾਂ ਨੂੰ ਇਲੈਕਸ਼ਨ ਲੜਾਈ ਜਾ ਸਕਦੀ, ਵੱਡੇ ਸਿੱਖ ਚਿਹਰੇ, ਜਿਵੇਂ ਤਲਵੰਡੀ ਪਰਿਵਾਰ ਆ,
ਬੀਬਾ ਗੁਲਸ਼ਨ ਨੇ, ਉਹਨਾਂ ਦੇ ਪਤੀ ਨੇ ਨਿਧੜਕ ਹੂੰ, ਸਿੰਘ ਬਰਾੜ ਨੇ, ਬਹੁਤ ਸਾਰੇ ਹੋਰ ਵੱਡੇ ਚਿਹਰੇ ਆ। ਜੇ ਮੈਂ ਨਾਂ ਕਿਸੇ ਦਾ ਰਹਿੰਦਾ ਹੋਵੇ ਬੁਰਾ ਨਾ ਮੰਨ ਜੇ, ਸਾਰੇ ਹੀ ਵੱਡੇ ਹੁੰਦੇ ਆ। ਹੂੰ, ਮੇਰਾ ਮਤਲਬ ਉਹ ਸਾਰੇ ਉਹ ਲੋਕ ਹੈ ਕਿ ਜਿਹੜੇ ਕਿਸੇ ਪੱਧਰ ਤੇ ਆ ਕੇ ਬੀਜੇਪੀ ਦੇ ਵਿੱਚ ਉਮੀਦਵਾਰ ਹੋ ਸਕਦੇ ਆ। ਢੀਂਡਸਾ ਨੂੰ ਕਿਹਾ ਜਾਊਗਾ ਕਿ ਆਪਾਂ ਰਲ ਕੇ ਖੇਡਣ ਦੀ ਬਜਾਏ, ਕਿਧਰੇ ਗੱਠਜੋੜ ਬਣਾਉਣ ਦੀ ਬਜਾਏ, ਜੇ ਤੁਸੀਂ ਵਿੱਚ ਆਉਂਦੇ ਹੋ, ਇੱਕ ਇਹ ਵੀ ਪਹਿਲੂ ਹੂੰ, ਹੋਊਗਾ। ਸੰਗਰੂਰ ਵਾਲਿਆਂ ਨੂੰ ਇਹ ਸ਼ਾਇਦ ਬੈਨੀਫਿਟ ਹੋਣ ਵਾਲਾ ਹੈ ਕਿ ਵਜ਼ੀਰ ਉਹ ਨਾ ਬਣ ਸਕਿਆ ਤੇ ਦੂਜਾ ਬਣ ਜੂ, ਕੁਝ ਵੀ ਸੰਭਵ ਹੈ। ਇਹ ਇਸ ਅਮਲ ਨੂੰ ਜਿਹਨੂੰ ਮੈਂ ਸਮਝਣ ਦੀ ਕੋਸ਼ਿਸ਼ ਕਰਿਆ, ਮੈਨੂੰ ਜ਼ਰਾ ਸਮਝਾ ਦਿਓ। ਫਿਰ ਰਾਹੁਲ ਗਾਂਧੀ ਨੇ ਵੀ ਕਲਾਸ ਲਈ ਆਪਣੇ ਵਾਲਿਆਂ ਦੀ, ਜਿਹੜੇ ਬੜੇ ਫੰਨੇ ਖਾਨੇ, ਉਹਦੇ ਤੇ ਜਾਂਦੇ ਆ। ਪਹਿਲਾਂ ਢੀਂਡਸਾ ਵਾਲੀ ਗੱਲ ਕਿ ਢੀਂਡਸਾ ਨੂੰ ਇਹ ਪ੍ਰਸਤਾਵ ਦਿੱਤਾ ਜਾਊਗਾ, ਪੁਰਾਣੇ ਸਾਥੀਓ ਤੁਸੀਂ ਟਾਈਮ ਟੈਸਟਡ ਹੋ, ਤੁਹਾਨੂੰ ਸਨਮਾਨ ਵੀ ਦਿੱਤਾ ਅਸੀਂ ਐਡਾ ਵੱਡਾ, ਤੇ ਹੁਣ ਆ ਜਾਓ, ਫਿਰ ਹੁਣ ਲੜਦੇ ਆ, ਲੜਨਾ ਹੀ ਪੈਣਾ, ਲੜਾਈ ਤਾਂ ਇੱਕੋ ਜੀ। ਦੇਖੋ, ਸੁਖਦੇਵ ਸਿੰਘ ਢੀਂਡਸਾ ਨੇ ਕੇਂਦਰ ਦੀ ਰਾਜਨੀਤੀ ਬਹੁਤ ਦੇਰ ਕੀਤੀ ਆ, ਲਗਭਗ ਉਹ ਕੇਂਦਰ 'ਚ ਹੀ ਰਹੇ ਆ, ਰਾਜ ਸਭਾ ਦੇ ਮੈਂਬਰ ਵਜੋਂ ਜ਼ਿਆਦਾ ਰਹੇ ਆ ਤੇ ਕੇਂਦਰ ਦੇ ਮੰਤਰੀ ਵੀ ਰਹੇ ਆ। ਇੱਕ ਚੀਜ਼ ਮੈਂ ਦੱਸਦਾ, ਜਦੋਂ ਪੰਜਾਬ ਲੋਕ ਕਾਂਗਰਸ ਦਾ ਹਜੇ ਰਜਿਸਟ੍ਰੇਸ਼ਨ ਨਹੀਂ ਸੀ ਹੋਈ, ਪੰਜੀਕਰਨ ਨਹੀਂ ਸੀ ਹੋਇਆ, ਤੇ ਗੱਲਬਾਤ ਕੈਪਟਨ ਅਮਰਿੰਦਰ ਸਿੰਘ ਦੀ ਉਦੋਂ ਤੋਂ ਸੁਖਦੇਵ ਸਿੰਘ ਢੀਂਡਸਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਚੱਲਦੀ ਸੀ। ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਜਾ ਰਿਹਾ, ਤੇ ਦੋਨਾਂ ਦੀਆਂ ਵੱਖਰੀਆਂ ਵੱਖਰੀਆਂ 2 ਵਾਰੀ ਟਿੱਪਣੀਆਂ ਆਈਆਂ, ਸੁਖਦੇਵ ਸਿੰਘ ਢੀਂਡਸਾ ਕਹਿੰਦੇ ਕਿ ਜੇ ਬੀਜੇਪੀ ਨਾਲ ਰਲੋਗੇ ਫਿਰ ਅਸੀਂ ਤੁਹਾਡੇ ਨਾਲ ਨਹੀਂ ਜਾਣਾ, ਤੇ ਫਿਰ ਸਾਡਾ ਆਪਸ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਿਚਾਰ ਵਿਮਰਸ਼ ਇਸ ਉੱਤੇ ਨਹੀਂ ਹੋਣਾ। ਲੇਕਿਨ ਸਥਿਤੀਆਂ ਇਸ ਪੋਲਿਟਿਕਸ ਦੇ ਵਿੱਚ, ਸਿਆਸਤ ਦੇ ਵਿੱਚ ਬਦਲਣ ਨੂੰ ਟਾਈਮ ਨਹੀਂ ਲੱਗਦਾ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਸੁਖਦੇਵ ਸਿੰਘ ਢੀਂਡਸਾ ਹੋ ਸਕਦਾ ਔਰ ਉਹਨਾਂ ਨੂੰ ਅਪਰੋਚ ਕੀਤਾ ਜਾ ਰਿਹਾ ਹੋਵੇ, ਔਰ ਸੁਖਦੇਵ ਸਿੰਘ ਢੀਂਡਸਾ ਉਹਨਾਂ ਦੇ ਕੇਂਦਰ ਦੀ ਜਿਹੜੇ ਆਗੂ ਨੇ, ਖਾਸ ਤੌਰ ਤੇ ਭਾਜਪਾ ਦੇ, ਉਹਨਾਂ ਨਾਲ ਹਮੇਸ਼ਾ ਹੀ ਨੇੜਤਾ ਰਹੀ ਹੈ, ਕਿਉਂਕਿ ਕੇਂਦਰ ਦੇ ਵਿੱਚ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਉਹ ਮੰਤਰੀ ਰਹੇ ਆ। ਵਾਜਪਾਈ ਸਰਕਾਰ ਉਹਨਾਂ ਦੇ ਵਿੱਚ ਲਗਾਤਾਰ ਉਹ ਮੰਤਰੀ ਰਹੇ ਨੇ। ਲੇਕਿਨ ਹੁਣ ਜਿਹੜੀ ਗੱਲ ਆਉਂਦੀ ਹੈ ਕਿ ਕੀ ਉਹ ਇਸ ਚੀਜ਼ ਨੂੰ ਮੰਨਣਗੇ? ਉਹਨਾਂ ਨੂੰ ਜੇ ਬੀਜੇਪੀ ਦੇ ਨਾਲ ਜਾਂਦੇ ਨੇ, ਚਾਹੇ ਉਹਨਾਂ ਨੂੰ ਕੋਈ ਵਧੀਆ ਕੈਬਨਿਟ ਦਾ ਅਹੁਦਾ ਵੀ ਮਿਲ ਜਾਂਦਾ, ਕਿ ਪੰਜਾਬ ਦੇ ਵਿੱਚ ਇਸ ਸਥਿਤੀ ਨੂੰ ਮੰਨਿਆ ਜਾਊਗਾ? ਇਹ ਬੜਾ ਵੱਡਾ ਸਵਾਲ ਆ। ਇਸ ਚੀਜ਼ ਤੇ ਉਹਨਾਂ ਨੂੰ ਮੰਥਨ ਕਰਨਾ ਪਊਗਾ, ਇਸ ਚੀਜ਼ ਨੂੰ ਉਹਨਾਂ ਨੂੰ ਵਿਚਾਰ ਕਰਨਾ ਪਊਗਾ ਕਿ ਜੇ ਉਹ ਉਹਦਾ ਸਵੀਕਾਰ ਲੈਂਦੇ ਨੇ, ਭਾਜਪਾ ਦੇ ਨਾਲ ਚਲੇ ਜਾਂਦੇ ਨੇ, ਤੇ ਕੀ ਉਹਨਾਂ ਨੂੰ ਪੰਜਾਬ ਦੇ ਵਿੱਚ ਉਸ ਤਰ੍ਹਾਂ ਦਾ ਸਮਰਥਨ ਮਿਲੂਗਾ ਸਨ 2022 ਦੇ ਵਿੱਚ? ਇਹ ਉਹਨਾਂ ਲਈ ਵੱਡਾ ਸਵਾਲ ਹੈ। ਜੇ ਇਸ ਤੇ ਮੰਥਨ ਕਲੀਅਰ ਹੋ ਜਾਂਦਾ, ਤੇ ਫਿਰ ਮੈਨੂੰ ਲੱਗਦਾ ਉਹਨਾਂ ਨੂੰ ਚਾਹੇ ਕੈਪਟਨ ਅਮਰਿੰਦਰ ਦੇ ਨਾਲ ਵੀ ਜਾਣ ਦੇ ਵਿੱਚ ਕੋਈ ਇਤਰਾਜ਼ ਨਹੀਂ ਹੋਊਗਾ। ਸੋ ਇਹ ਸਾਰੀਆਂ ਗੱਲਾਂ ਨੂੰ ਉਹਨਾਂ ਨੂੰ ਜ਼ਰੂਰ ਵਿਚਾਰਨਾ ਪਊਗਾ। ਜੇ ਉਸ ਤੋਂ ਬਾਅਦ ਉਹਨਾਂ ਨੂੰ ਲੱਗਦਾ ਕਿ ਸਾਡੀ ਕਿਤੇ ਪੰਜਾਬ ਦੇ ਵਿੱਚ ਜਿਹੜੀ ਸਾਡੀ ਧਰਤੀ ਆ, ਜਿਸ ਤੇ ਅਸੀਂ ਸਿਆਸਤ ਕਰਨੀ ਹੈ, ਜੇ ਉੱਥੇ ਸਾਡੀ ਜ਼ਮੀਨ ਖੁੱਸ ਜਾਂਦੀ ਆ, ਤੇ ਫਿਰ ਮੈਨੂੰ ਲੱਗਦਾ ਉਹ ਦੁਚਿੱਤੀ 'ਚ ਜ਼ਰੂਰ ਪੈ ਜਾਣਗੇ ਜੀ। ਮਨਪ੍ਰੀਤ ਜੀ, ਕੱਲ ਦੁਪਹਿਰ ਨੂੰ ਢੀਂਡਸਾ ਸਾਹਿਬ ਦੀ ਸਰਕਾਰੀ ਰਿਹਾਇਸ਼ ਜਿਹੜੀ ਦਿੱਲੀ 'ਚ ਆ, ਉਹਨਾਂ ਨੂੰ ਬਤੌਰ ਮੈਂਬਰ ਪਾਰਲੀਮੈਂਟ ਮਿਲੀ, ਉਹਦੇ ਤੇ ਬੜੀ ਗਹਿਮਾ ਗਹਿਮੀ ਰਹੀ। ਕੱਲ ਦੁਪਹਿਰ ਨੂੰ ਬਹੁਤ ਗਹਿਮਾ ਗਹਿਮੀ ਸੀ। ਉਹਦਾ ਅਚਨਚੇਤ ਮਨਜਿੰਦਰ ਸਿੰਘ ਸਿਰਸਾ ਦਾ ਅਸਤੀਫਾ ਹੋ ਜਾਂਦਾ। ਉਦੋਂ ਤੱਕ ਈਵਨ ਕਾਲਕਾ ਨੂੰ ਵੀ ਨਹੀਂ ਸੀ ਪਤਾ। ਇੱਕ ਵੱਡੇ ਆਗੂ ਹਰਮੀਤ ਸਿੰਘ ਕਾਲਕਾ ਨੂੰ ਫੋਨ ਕਰਦੇ ਆ, ਔਰ ਕਿਉਂਕਿ ਮੈਂ ਉਹਨਾਂ ਨੂੰ ਟੋਹ ਰਿਹਾ ਸੀ ਵੀ ਦੇਖੋ ਕੀ ਹੋ ਰਿਹਾ। ਉਸ ਤੋਂ ਬਾਅਦ ਉਹ ਵੀ ਕਹਿੰਦੇ ਆ ਕਿ ਨਹੀਂ, ਐਸੀ ਕੋਈ ਗੱਲ ਨਹੀਂ, ਵਿਰੋਧ ਬੜੇ ਸੀ, ਇਸ ਕਰਕੇ ਉਹਨਾਂ ਨੇ ਅਸਤੀਫਾ ਦੇ ਦਿੱਤਾ। ਕਿਸੇ ਨੂੰ ਭਿਣਕ ਤੱਕ ਨਹੀਂ ਲੱਗੀ, ਤੇ ਮਨਜਿੰਦਰ ਸਿੰਘ ਸਿਰਸਾ ਅਚਨਚੇਤ ਪਰਮਿੰਦਰ ਬਰਾੜ ਦੇ ਉਸ ਟਵੀਟ ਜਾਂ ਫੇਸਬੁੱਕ ਪੋਸਟ ਕਰਕੇ ਚਰਚਾ 'ਚ ਆ ਜਾਂਦੇ ਕਿ ਉਹ ਸ਼ਾਮਲ ਹੋ ਰਹੇ 5 ਵਜੇ। ਮੈਂ ਇਹ ਜਾਣਨਾ ਚਾਹੁੰਦਾ ਹਾਂ ਤੁਹਾਡੇ ਤੋਂ ਕਿ ਇਹ ਸੱਚਮੁੱਚ ਜਿਹੜੀ ਕਵਾਇਦ ਆ, ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਹੋ ਸਕਦਾ ਇਲੈਕਸ਼ਨ ਤੋਂ ਬਾਅਦ ਕਿਤੇ ਐਡਜਸਟ ਕਰਨ ਦੀ ਵੀ ਗੱਲ ਹੋ ਜੇ। ਬੀਜੇਪੀ ਗੇਮ ਖੇਡਣਾ ਚਾਹ ਰਹੀ ਹੈ। ਜਿਹੜੀ ਬੀਜੇਪੀ ਪਹਿਲਾਂ ਸਾਥੀ ਲੱਭਦੀ ਹੋਊਗੀ, ਬੀਜੇਪੀ ਜਿਹੜੀ ਪੰਜਾਬ ਦੇ ਵਿੱਚ ਹਾਸ਼ੀਏ ਤੇ ਸੀ, ਆਪਣੇ ਲੋਕਾਂ ਦੀ ਯਾਦਾਸ਼ਤ ਬੜੀ ਕਮਜ਼ੋਰ ਆ। ਖੇਤੀ ਅੰਦੋਲਨ ਦੇ ਮੁੱਕਣ ਤੋਂ ਬਾਅਦ, ਪ੍ਰਧਾਨ ਮੰਤਰੀ ਦੇ ਪੋਜ਼ਿਟਿਵ ਐਟੀਟਿਊਡ ਤੋਂ ਬਾਅਦ, ਜੇਕਰ ਕਿਸਾਨ ਜਥੇਬੰਦੀਆਂ ਦੇ ਕੁਝ ਆਗੂ ਵੀ ਨਾਲ ਰਲਦੇ ਤਾਂ ਕੋਈ ਵੱਡੀ ਗੱਲ ਨਹੀਂ ਹੋਊਗੀ। ਉੱਥੇ ਵੀ ਵਖਰੇਵੇਂ ਹੋ ਸਕਦੇ ਆ। ਪੰਜਾਬ ਦਾ ਚੋਣ ਦ੍ਰਿਸ਼ ਕੁਝ ਹੋਰ ਤਰ੍ਹਾਂ ਦਾ ਹੋਣ ਜਾ ਰਿਹਾ। ਜੇ ਢੀਂਡਸਾ ਨੂੰ ਇਸ ਗੱਲ ਲਈ ਮਨਾ ਲਿਆ ਜਾਂਦਾ ਹੈ ਕਿ ਰਲ ਕੇ ਚੱਲਦੇ ਆ, ਜੇਕਰ ਉਹਨਾਂ ਨੂੰ ਸ਼ਾਮਲ ਕਰਨ ਲਈ ਮਨਾਇਆ ਜਾਂਦਾ ਜਾਂ ਉਹਨਾਂ ਨੂੰ ਕੋਈ ਸੀਟਾਂ ਦੇ ਲੈ ਦੇ ਤੇ ਗੱਲ ਹੁੰਦੀ ਹੈ, ਤਾਂ ਗੱਲ ਅੱਗੇ ਜਾ ਕੇ ਪਤਾ ਲੱਗੂਗੀ। ਲੇਕਿਨ ਬੀਜੇਪੀ ਨੇ ਆਪਣੀ ਗੇਮ ਪੂਰੀ ਖੇਡ ਦਿੱਤੀ ਹੈ, ਔਰ ਇਸ ਗੇਮ ਦੇ ਵਿੱਚ ਸਭ ਤੋਂ ਵੱਧ ਜੇ ਕਿ ਸਪੇਸ ਖੋਈ ਜਾਣੀ ਆ, ਤਾਂ ਉਹ ਅਕਾਲੀ ਦਲ ਨੂੰ ਲੱਗਦਾ ਹੈ ਕਿ ਜੇ ਇਦਾਂ ਦੇ ਲੀਡਰ ਉਹਨਾਂ ਨਾਲ ਜਾਂਦੇ ਆ, ਤਾਂ ਕੁਦਰਤੀ ਤੌਰ ਤੇ ਸਿੱਖ ਰਾਜਨੀਤੀ ਵਿੱਚ ਉਹਨਾਂ ਦਾ ਨੁਕਸਾਨ ਹੋਣਾ ਹੈ। ਮੈਂ ਇੱਥੇ ਅਗਲੀ ਗੱਲ ਲਾਸਟ ਤੁਹਾਡੇ ਤੋਂ ਪੁੱਛਣੀ ਆ, ਅਮਰਿੰਦਰ ਸਿੰਘ ਤਾਂ ਹੋਣਗੇ ਹੀ ਉੱਥੇ ਕੀ ਗੱਲਬਾਤ ਹੁੰਦੀ ਹੈ? ਕਿਉਂਕਿ ਅਮਰਿੰਦਰ ਸਿੰਘ ਕੋਲ ਵੱਡੇ ਚਿਹਰੇ ਨਹੀਂ ਬਚੇ। ਅਮਰਿੰਦਰ ਸਿੰਘ ਕੋਲ ਬਹੁਤ ਵੱਡੇ ਚਿਹਰੇ ਅਜੇ ਨਹੀਂ। ਉਹ ਕਹਿੰਦੇ ਚੋਣ ਜਾਬਤਾ ਲੱਗਣ ਤੋਂ ਬਾਅਦ ਆਉਣਗੇ, ਪਰ ਕੌਣ ਉਡੀਕਦਾ ਜੀ ਚੋਣ ਜਾਬਤਾ ਲੱਗਣ ਨੂੰ? ਸਮਾਂ ਤੇਜ਼ੀ ਨਾਲ ਵਹਿੰਦਾ ਕੋਈ ਨਹੀਂ। ਬੀਜੇਪੀ ਵਰਗੀ ਵੱਡੀ ਪਾਰਟੀ ਉਡੀਕ ਘੱਟ ਕਰਦੀ ਹੁੰਦੀ ਆ। ਪਰ ਮੈਂ ਤੁਹਾਨੂੰ ਪੁੱਛੂੰਗਾ ਕਿ ਰਾਹੁਲ ਗਾਂਧੀ ਜਦੋਂ ਇਹ 3 ਵੱਡੇ ਆਗੂਆਂ ਨੂੰ ਮਿਲ ਰਹੇ ਸੀ, ਤੇ ਅੰਦਰ ਕੀ ਹੋਇਆ? ਸੁਣਿਆ ਸਿੱਧੂ ਦੇ ਮਾਡਲ ਨੂੰ
ਜਿਹੜਾ ਉਹਨਾਂ ਨੇ ਸੰਗਠਨ ਬਣਾਉਣਾ ਉਹਨੂੰ ਤਾਂ ਸਹਿਮਤੀ ਦਿੱਤੀ ਆ। ਕਹਿੰਦੇ ਹਰੀਸ਼ ਚੌਧਰੀ ਨੇ ਵਿਰੋਧ ਵੀ ਕੀਤਾ ਵੀ ਇੱਕ ਜ਼ਿਲ੍ਹਾ ਪ੍ਰਧਾਨ ਦੇ ਨਾਲ 2 ਕਾਰਜਕਾਰੀ ਪ੍ਰਧਾਨ ਲਾਉਣ ਦੀ ਕੀ ਲੋੜ ਆ, ਪਰ ਰਾਹੁਲ ਗਾਂਧੀ ਨੇ ਸਹਿਮਤੀ ਦਿੱਤੀ ਆ। ਦੂਜੇ ਬੰਨੇ ਜੀ ਜਾਖੜ ਨੂੰ ਮਨਾਉਣ ਚੋਂ ਨਾਕਾਮਯਾਬ ਰਹੇ ਆ। ਮੈਨੂੰ ਇੱਥੇ ਟਿੱਪਣੀ ਦਿਓ। ਇਸ ਤੋਂ ਪਹਿਲਾਂ ਮੈਂ ਇੱਕ ਛੋਟੀ ਜਿਹੀ ਗੱਲ ਸੁਖਦੇਵ ਸਿੰਘ ਢੀਂਡਸਾ ਤੇ ਕੈਪਟਨ ਅਮਰਿੰਦਰ ਸਿੰਘ ਹੋਣਾ ਬਾਰੇ ਜ਼ਰੂਰ ਕਰਦਾ। ਇਹ ਬਿਲਕੁਲ ਤੁਹਾਡੀ ਇਹ ਗੱਲ ਠੀਕ ਹੈ, ਕੋਈ ਵੱਡੇ ਚਿਹਰੇ ਇਸ ਟਾਈਮ ਨਹੀਂ, ਲੇਕਿਨ ਉਹਨਾਂ ਨੂੰ ਇੰਤਜ਼ਾਰ ਉਹਨਾਂ ਵਿਅਕਤੀਆਂ ਦਾ ਰਹੇਗਾ, ਉਹਨਾਂ ਆਗੂਆਂ ਦਾ ਰਹੇਗਾ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲਣਗੀਆਂ। ਉਹਨਾਂ ਦੀਆਂ ਨਾਰਾਜ਼ਗੀਆਂ ਜਦੋਂ ਹੋਣਗੀਆਂ ਤੇ ਉਹਨਾਂ ਦਾ ਇੰਤਜ਼ਾਰ ਰਹੇਗਾ ਕਿ ਸਾਡੇ 'ਚ ਸ਼ਾਮਲ ਹੋ ਜਾਣ। ਹੁੰਦੇ ਆ ਨਹੀਂ ਹੁੰਦੇ, ਕੋਈ ਪਾਰਟੀ ਦਾ ਲੜ ਫੜ ਕੇ ਬੈਠੇ ਰਹਿੰਦੇ ਆ ਜਾਂ ਨਹੀਂ ਬੈਠੇ ਰਹਿੰਦੇ, ਇਹ ਖੈਰ ਬਾਤ ਦਾ ਮਸਲਾ। ਆਉਨੇ ਆ ਆਪਾਂ ਜਿਹੜੀ ਤੁਸੀਂ ਗੱਲ ਪੁੱਛੀ ਆ ਰਾਹੁਲ ਗਾਂਧੀ ਦੀਆਂ ਜਿਹੜੀਆਂ ਮੁਲਾਕਾਤਾਂ ਹੋਈਆਂ ਨੇ ਸੁਨੀਲ ਜਾਖੜ ਦੇ ਨਾਲ, ਨਵਜੋਤ ਸਿੰਘ ਸਿੱਧੂ ਦੇ ਨਾਲ, ਚਰਨਜੀਤ ਸਿੰਘ ਚੰਨੀ ਦੇ ਨਾਲ, ਹਰੀਸ਼ ਚੌਧਰੀ ਦੇ ਨਾਲ, ਕੋਸ਼ਿਸ਼ ਕੀਤੀ ਗਈ ਆ ਕਿ ਜੋ ਪੰਜਾਬ ਦੇ ਵਿੱਚ ਲਗਾਤਾਰ ਆਪਸ ਦੇ ਵਿੱਚ ਵਿਤਕਰੇ ਜਿਸ ਤਰ੍ਹਾਂ ਦੇ ਸਾਹਮਣੇ ਆ ਰਹੇ ਨੇ, ਇੱਕ ਤਰ੍ਹਾਂ ਦੇ ਉਹ ਜਿਹੜੀਆਂ ਦਰਾਰਾਂ ਸਾਹਮਣੇ ਆ ਰਹੀਆਂ, ਉਹਨਾਂ ਨੂੰ ਕਿਸੇ ਤਰ੍ਹਾਂ ਜਿਹੜਾ ਖਤਮ ਕੀਤਾ ਜਾਵੇ। ਪਹਿਲਾਂ ਸੁਨੀਲ ਜਾਖੜ ਨਾਲ ਮੁਲਾਕਾਤ ਹੁੰਦੀ ਆ, ਕਿਤੇ ਨਾ ਕਿਤੇ ਉਹ ਮੁਲਾਕਾਤ ਜਿਸ ਤਰ੍ਹਾਂ ਦੀ ਖੁਸ਼ਗਵਾਰ ਹੋਣੀ ਚਾਹੀਦੀ ਸੀ ਜਾਂ ਉਹਦਾ ਨਤੀਜਾ ਪੋਜ਼ਿਟਿਵ ਨਿਕਲਣਾ ਚਾਹੀਦਾ ਸੀ, ਉਹ ਨਿਕਲਿਆ ਨਹੀਂ। ਕਿਉਂਕਿ ਸੁਨੀਲ ਜਾਖੜ ਲਗਾਤਾਰ ਇਸ ਗੱਲ ਤੇ ਅੜੇ ਹੋਏ ਆ, ਚਾਹੇ ਜਦੋਂ ਵੀ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਹਾਨੂੰ ਕੋਈ ਜ਼ਿੰਮੇਵਾਰੀ ਵਾਲੀ ਅਸੀਂ ਦਿੰਦੇ ਆ, ਤੁਹਾਡੀ ਡਿਊਟੀ ਲਾਉਨੇ ਆ, ਤੇ ਉਹ ਸਾਫ਼ ਇਨਕਾਰ ਕਰ ਦਿੰਦੇ ਆ। ਉਹ ਕਹਿੰਦੇ ਨਹੀਂ ਜੀ, ਮੈਂ ਕੋਈ ਜ਼ਿੰਮੇਵਾਰੀ ਨਹੀਂ ਲੈਣੀ, ਮੈਂ ਇਸ ਤਰ੍ਹਾਂ ਹੀ ਠੀਕ ਆ। ਨਾਲ ਦੀ ਨਾਲ ਉਹ ਇਹ ਵੀ ਕਹਿ ਦਿੰਦੇ ਆ ਕਿ ਮੈਂ ਤਾਂ ਕਾਂਗਰਸੀ ਸੀ, ਕਾਂਗਰਸੀ ਹਾਂ, ਕਾਂਗਰਸੀ ਰਹੂੰਗਾ, ਮੇਰਾ ਫਿਕਰ ਨਾ ਕਰੋ। ਨਾਰਾਜ਼ਗੀ ਵੀ ਨਾਲ ਦੀ ਨਾਲ ਜ਼ਾਹਿਰ ਕਰਦੇ ਰਹਿੰਦੇ ਆ। ਸੋ ਉਹਨਾਂ ਦਾ ਜਿਹੜਾ ਇਸ ਟਾਈਮ ਐਟੀਟਿਊਡ ਆ, ਜੇ ਸੁਨੀਲ ਜਾਖੜ ਹੋਣਾ ਦਾ ਦੇਖੋ, ਉਹ ਬਹੁਤਾ ਪੋਜ਼ਿਟਿਵ ਨਹੀਂ ਲੱਗ ਰਿਹਾ, ਬਹੁਤ ਜ਼ਿਆਦਾ ਨਾਲ ਰਲ ਕੇ ਚੱਲਣ ਨੂੰ ਤਿਆਰ ਨਹੀਂ, ਖਾਸ ਤੌਰ ਤੇ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਹੋਣਾ ਦੀ ਟੀਮ ਦੇ ਨਾਲ। ਦੂਸਰੇ ਪਾਸੇ ਤੁਹਾਡੀ ਗੱਲ ਠੀਕ ਹੈ ਕਿ ਸਿੱਧੂ ਹੁਣੀ ਇੱਕ ਵਾਰੀ ਫੇਰ ਆਪਣਾ ਜਿਹੜਾ ਉਹਨਾਂ ਦਾ ਸੰਗਠਨ ਆ ਜਾਂ ਜਿਹੜੀ ਉਹਨਾਂ ਦਾ ਜਥੇਬੰਦਕ ਢਾਂਚਾ, ਉਸ ਨੂੰ ਜਿਸ ਹਿਸਾਬ ਨਾਲ ਉਹ ਚਲਾਉਣਾ ਚਾਹੁੰਦੇ ਆ, ਆਪਣਾ ਮਾਡਲ ਦੇਣਾ ਚਾਹੁੰਦੇ ਆ, 2 ਕਾਰਜਕਾਰੀ ਪ੍ਰਧਾਨ ਜ਼ਿਲ੍ਹਾ ਲੈਵਲ ਤੇ ਵੀ ਦੇ ਕੇ ਪ੍ਰਧਾਨ ਦੇ ਨਾਲ, ਉਸ ਦੇ ਵਿੱਚ ਕਾਮਯਾਬ ਜ਼ਰੂਰ ਹੋਇਆ। ਹਾਲਾਂਕਿ ਤੁਸੀਂ ਆਪ ਹੀ ਸਪਸ਼ਟ ਕੀਤਾ ਕਿ ਉਹਦੇ ਵਿੱਚ ਹਰੀਸ਼ ਚੌਧਰੀ ਦੀ ਸਹਿਮਤੀ ਨਹੀਂ ਸੀ। ਚਰਨਜੀਤ ਸਿੰਘ ਚੰਨੀ ਹੋਣਾ ਨੂੰ ਵੀ ਬਿਠਾ ਕੇ ਨਾਲ ਗੱਲਬਾਤ ਕੀਤੀ ਕਿ ਨਾਲ ਚੱਲੋਗੇ ਤੇ ਸਰਕਾਰ ਆਉਣ ਦੀ ਉਮੀਦ ਰੱਖੋ, ਸੰਭਵ ਹੋ ਸਕਦਾ, ਜੇ ਨਾਲ ਨਹੀਂ ਚੱਲੋਗੇ ਤੇ ਆਪਣਾ ਕੰਮ ਖਰਾਬ ਹੋ ਸਕਦਾ। ਇਹ ਸਾਰੀ ਜਿਹੜੀ ਮੁਲਾਕਾਤ ਤੋਂ ਬਾਅਦ ਹੁਣ ਸਾਨੂੰ ਪਤਾ ਲੱਗੂਗਾ ਕਿ ਆ ਕੇ ਇਹ ਜਿਹੜੇ ਲੋਕ ਨੇ ਇਹ ਕਿਸ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਆ, ਕਿ ਉਸੇ ਤਰ੍ਹਾਂ ਦਾ ਜੋ ਅਸੀਂ ਅੱਜ ਤੱਕ ਪਹਿਲਾਂ ਦੇਖ ਰਹੇ ਹਾਂ, ਇੱਕ ਦੂਸਰੇ ਤੇ ਦੋਸ਼ ਲਾਉਣੇ, ਇੱਕ ਦੂਸਰੇ ਤੇ ਤੁਹਮਤਾਂ, ਇੱਕ ਦੂਸਰੇ ਨੂੰ ਅਕਿਊਜ਼ ਕਰਨਾ, ਉਹੀ ਚੱਲਦਾ ਰਹੂਗਾ, ਜਾਂ ਸ਼ਾਇਦ ਇਸ ਮੁਲਾਕਾਤ ਤੋਂ ਬਾਅਦ ਕੋਈ ਬਦਲਾਅ ਸਾਨੂੰ ਵੇਖਣ ਨੂੰ ਮਿਲੂਗਾ। ਕਿਉਂਕਿ ਇਹ ਗੱਲ ਠੀਕ ਆ ਕਿ ਰਾਹੁਲ ਗਾਂਧੀ ਨੇ ਉਹਨਾਂ ਨੂੰ ਇੱਕ ਮੰਤਰ ਦੇਤਾ ਕਿ ਜੇ ਚੱਲੋਗੇ ਤਾਂ ਸਾਡਾ ਕੁਝ ਬਣੂਗਾ ਇਕੱਠੇ ਹੋ ਕੇ, ਜੇ ਨਹੀਂ ਇਕੱਠੇ ਹੋ ਕੇ ਚੱਲੋਗੇ ਤੇ ਬਾਕੀ ਪਾਰਟੀਆਂ ਸਾਰੀਆਂ ਸਾਨੂੰ ਮੂੰਹ ਚ ਪਾਉਣ ਨੂੰ ਤਿਆਰ ਬੈਠੀਆਂ ਨੇ ਤੇ ਸਾਡਾ ਕਿਤੇ ਪਤਾ ਵੀ ਨਹੀਂ ਲੱਗਣਾ। ਵੈਸੇ ਵੀ ਕੋਈ ਮਾਹੌਲ ਸਾਡੇ ਹੱਕ ਚ ਨਹੀਂ ਆ, ਕਿ 5 ਸਾਲਾਂ ਚ ਅਸੀਂ ਕੁਝ ਕੀਤਾ ਹੈ ਨਹੀਂ, ਕੀਤਾ ਕਿਹਨੇ ਨਹੀਂ ਆ ਉਹ ਵੀ ਸਾਨੂੰ ਪਤਾ। ਤੇ ਆ ਕੇ 3 ਮਹੀਨਿਆਂ ਚ ਇੱਕ ਚਰਨਜੀਤ ਸਿੰਘ ਚੰਨੀ ਤੋਂ ਹੀ ਸਾਰਾ ਕੁਝ ਐਕਸਪੈਕਟ ਕਰਨੀ ਆ, ਉਹ ਵੀ ਸਾਨੂੰ ਪਤਾ। ਲੇਕਿਨ ਲੋਕਾਂ ਨੇ ਤਾਂ ਪੂਰੀ ਸਿਆਸਤ ਦੇਖਣੀ ਆ, ਲੋਕਾਂ ਨੇ ਪੂਰਾ 5 ਸਾਲਾਂ ਦਾ ਕਾਰਗੁਜ਼ਾਰੀ ਦੇਖਣੀ ਆ, ਉਸ ਹਿਸਾਬ ਦੇ ਨਾਲ ਵੋਟ ਪਾਉਣਗੇ। ਕਿਹੜਾ ਕਦੋਂ ਉੱਭਰ ਆਵੇ, ਭਾਰਤੀ ਜਨਤਾ ਪਾਰਟੀ ਤੁਸੀਂ ਲਗਾਤਾਰ ਦੇਖ ਰਹੇ ਹੋ ਕਿਸ ਤਰ੍ਹਾਂ ਐਕਟਿਵ ਹੋ ਰਹੀ ਹੈ, ਕਿਸ ਤਰ੍ਹਾਂ ਲੋਕਾਂ ਨੂੰ ਤੋੜ ਰਹੀ ਹੈ। ਸੋ ਸਮੀਕਰਨ ਬਦਲਣ ਲੱਗੇ ਦੇਰ ਨਹੀਂ ਲੱਗਦੀ। ਇਸ ਗੱਲ ਦੀ ਜਿਹੜੀ ਚਿੰਤਾ ਉਹ ਕਿਤੇ ਨਾ ਕਿਤੇ ਰਾਹੁਲ ਗਾਂਧੀ ਨੂੰ ਵੀ ਹੈ, ਇਸੇ ਕਰਕੇ ਉਹਨਾਂ ਨੇ ਇਹਨਾਂ ਨੂੰ ਬੁਲਾ ਕੇ ਨਸੀਹਤ ਦਿੱਤੀ ਹੈ। ਇਹ ਲੋਕ ਨਸੀਹਤ ਮੰਨਦੇ ਆ ਜਾਂ ਨਹੀਂ ਮੰਨਦੇ, ਉਹ ਇਹਨਾਂ ਤੇ ਨਿਰਭਰ ਕਰੂਗਾ। ਜੀ, ਮੈਂ ਕੱਲ ਸਵੇਰ ਵੇਲੇ ਮੇਰੀ ਸਰਦਾਰ ਨਵਜੋਤ ਸਿੰਘ ਸਿੱਧੂ ਨਾਲ ਇੱਕ ਲੰਬੀ ਗੱਲਬਾਤ ਹੁੰਦੀ ਹੈ, ਗੈਰ ਰਸਮੀ, ਟੈਲੀਫੋਨਿਕਲੀ, ਔਰ ਉਹਦੇ ਵਿੱਚ ਉਹ ਸਾਫ਼ ਕਰਦੇ ਆ ਉਹਨਾਂ ਦਾ ਜਿਹੜਾ ਆਤਮ ਵਿਸ਼ਵਾਸ ਆ, ਉਹਦੇ 'ਚ ਕੋਈ ਕਮੀ ਨਹੀਂ। ਉਹ ਮੈਨੂੰ ਸਾਫ਼ ਲਫ਼ਜ਼ਾਂ 'ਚ ਕਹਿੰਦੇ ਆ ਕਿ ਜੇ ਇਸ ਵਾਰੀ ਕੁਝ ਨਾ ਹੋ ਸਕਿਆ ਫਿਰ ਉਮੀਦ ਨਹੀਂ ਰੱਖੀ ਜਾਣੀ ਬਣਦੀ, ਕਿਉਂਕਿ ਹੁਣ ਬਹੁਤ ਲੋਹਾ ਗਰਮਾ, ਹੁਣ ਪੰਜਾਬ ਦੇ ਲੋਕ ਤਬਦੀਲੀ ਜਿਹੜੀ ਆ, ਖਾਸ ਪੋਜ਼ਿਟਿਵ ਤਬਦੀਲੀ ਆ, ਮੁੱਦਿਆਂ ਦੇ ਉੱਤੇ ਗੱਲ ਅੱਗੇ ਵਧਣ ਵਾਲੀ, ਉਹਨੂੰ ਸਵੀਕਾਰ ਕਰ ਰਹੇ ਆ। ਔਰ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਮੈਂ ਅੱਜ ਦੇ ਦਿਨ 'ਚ, ਮਤਲਬ ਉਹਨਾਂ ਕੱਲ ਮੈਨੂੰ ਕਿਹਾ ਸੀ ਕਿ ਕੱਲ ਮੈਂ ਇੱਕ ਵਾਰੀ ਫਿਰ ਆਪਣੀ ਗੱਲ ਪ੍ਰੋਪਰ ਤਰੀਕੇ ਨਾਲ ਰੱਖ ਰਿਹਾ, ਤੁਸੀਂ ਜ਼ਰੂਰ ਸੁਣਿਓ। ਨਵਜੋਤ ਸਿੰਘ ਸਿੱਧੂ ਅੱਜ ਕਿਸ ਮੰਚ ਤੋਂ ਕਦੋਂ ਕੀ ਬੋਲਣਗੇ ਮੈਨੂੰ ਨਹੀਂ ਪਤਾ, ਪਰ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਇਹ ਗੱਲ ਨੂੰ ਨਹੀਂ ਚਲਾ ਕੇ ਸੁਣਿਓ ਜ਼ਰੂਰ। ਮੈਂ ਸਪਸ਼ਟ ਹੋ ਰਿਹਾ, ਮੈਂ ਪੰਜਾਬ ਦੇ ਲੋਕਾਂ ਨੂੰ ਏਜੰਡਾ ਦੇ ਰਿਹਾ, ਤੇ ਰਾਜਨੀਤਿਕ ਲੋਕਾਂ ਲਈ ਸਿਰਫ ਸੱਤਾ ਜਾਂ ਚੋਣਾਂ ਹੀ ਸਭ ਕੁਝ ਨਹੀਂ ਹੁੰਦੀਆਂ, ਆਪਣੇ ਲੋਕਾਂ ਦਾ ਜੀਵਨ ਪੱਧਰ ਠੀਕ ਹੋਵੇ, ਇਹ ਐਫਰਟਸ ਲਾਉਂਦੇ ਰਹਿਣਾ ਚਾਹੀਦਾ। ਤੇ ਉਹ ਕਹਿੰਦੇ ਜੀ ਮੈਂ ਪਿਛਾਂਹ ਹਟਣ ਲਈ ਤਿਆਰ ਨਹੀਂ ਗਾ, ਕੀਮਤ ਕੋਈ ਵੀ ਚੁਕਾਉਣੀ ਪਵੇ ਮੈਂ ਲੜਦਾ ਰਹੂੰਗਾ। ਹੁਣ ਵੇਖਣਾ ਆ ਕਿ ਉਹ ਅੱਜ ਕੀ ਬੋਲਦੇ ਆ। ਕੱਲ ਮੇਰੀ ਗੱਲਬਾਤ ਜਦੋਂ ਹੁੰਦੀ ਆ ਉਸ ਤੋਂ ਬਾਅਦ ਉਹ ਦਿੱਲੀੋਂ ਜਾ ਕੇ ਆਉਂਦੇ ਆ, ਦਿੱਲੀ ਵਾਲਿਆਂ ਨੇ ਕੋਈ ਨਵਾਂ ਮੰਤਰ ਦਿੱਤਾ ਹੋਵੇ ਮੈਨੂੰ ਪਤਾ ਨਹੀਂ, ਪਰ ਉਂਝ ਉਹਨਾਂ ਨੇ ਜ਼ਰੂਰ ਗੱਲ ਦਾਅਵਾ ਕੀਤਾ ਸੀ ਕਿ ਅੱਜ ਮੈਂ
ਇੱਕ ਵਾਰੀ ਫਿਰ ਏਜੰਡਾ ਸਪਸ਼ਟ ਕਰ ਦਾਂਗਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।